ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਵੇਂ ਜਾਣਦੇ ਆ ਕਿ ਬੀਤੇ ਕੱਲ ਜੋ ਚੋਣ ਨਤੀਜੇ ਆਏ ਆ ਉਹ ਸਾਰਿਆਂ ਲਈ ਹੈਰਾਨੀਜਨਕ ਨਤੀਜੇ ਸਨ। ਪੰਜਾਬ ਦੇ ਵਿੱਚ ਵੱਡੇ ਦਿੱਗਜ ਆਗੂ ਜਿਹੜੇ ਉਹ ਵਿਹਲੇ ਕਰਕੇ ਇਹਨਾਂ ਨਤੀਜਿਆਂ ਨੇ ਘਰਾਂ 'ਚ ਬਿਠਾਏ ਨੇ ਤੇ ਆਮ ਆਦਮੀ ਪਾਰਟੀ ਦਾ ਉਭਾਰ ਜਿਹੜਾ ਆ ਉਹ ਐਕਸਪੈਕਟੇਸ਼ਨਸ ਤੋਂ ਜਿਹੜਾ ਉਮੀਦਾਂ ਤੋਂ ਕਿਤੇ ਜ਼ਿਆਦਾ ਹੋਇਆ ਆ। ਖਾਸ ਕਰਕੇ ਜਿੱਦਾਂ ਮਾਝੇ ਦੇ ਵਿੱਚ ਉਹਨਾਂ ਦੀ ਕੋਈ ਇਸ ਕਿਸਮ ਦੀ ਵੇਵ ਲੱਗ ਨਹੀਂ ਸੀ ਰਹੀ ਜਿਵੇਂ ਉਹਨਾਂ ਨੇ ਕਲੀਨ ਸਵੀਪ ਕੀਤਾ ਆ। ਸਿਰਫ ਇੱਕ ਗੁਰਦਾਸਪੁਰ ਜਿਹੜਾ ਮੈਨੂੰ ਲੱਗਦਾ ਕਿ ਛੱਡ ਕੇ ਬਾਕੀ ਸਾਰੇ ਮਾਝੇ ਦੇ ਵਿੱਚ ਆਲਮੋਸਟ ਜਿੱਤੇ ਆ। ਤੇ ਇਹਨਾਂ ਚੋਣਾਂ ਦਾ ਵਿਸ਼ਲੇਸ਼ਣ ਕਰਨ ਲਈ ਅੱਜ ਅਸੀਂ ਸਰਦਾਰ ਅਜੇਪਾਲ ਸਿੰਘ ਬਰਾੜ ਨੂੰ ਆਪਣੇ ਪੈਨਲ ਦੇ ਵਿੱਚ ਬੁਲਾਇਆ ਆ। ਬਰਾੜ ਸਾਹਿਬ, ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਰਾੜ ਸਾਹਿਬ, ਜਿਹੜੇ ਕੱਲ ਨਤੀਜੇ ਆਏ ਨੇ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਇੰਨਾ ਜ਼ਬਰਦਸਤ ਉਭਾਰ ਹੋਇਆ ਆ ਉਹਦੇ ਬਾਰੇ ਤੇ ਜੋ ਮਾਨਦਲ ਨੂੰ ਕੋਈ 4 ਲੱਖ, 4.25 ਲੱਖ ਜਾਂ ਪੌਣੇ 4 ਲੱਖ ਵੋਟ ਨਿਕਲੀ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਅੱਜ ਇਸ ਜਿਹੜੀ ਆ ਮੀਟਿੰਗ ਦੇ ਵਿੱਚ ਗੱਲਬਾਤ ਕਰਾਂਗੇ। ਤੇ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਜਿਹੜਾ ਉਭਾਰ ਆ ਉਹਦੇ ਤੋਂ ਗੱਲ ਜਿਹੜੀ ਆ ਤੁਸੀਂ ਸ਼ੁਰੂ ਕਰੋ। ਦੇਖੋ ਜੀ, ਇਹ ਆ ਕਿ ਵੀ ਆਮ ਜਿਹੜੇ ਸਰਵੇਸ ਉਹ ਐਗਜ਼ਿਟ ਸਰਵੇ ਆ ਰਹੇ ਸੀ ਜਾਂ ਓਪੀਨੀਅਨ ਪੋਲਸ ਆ ਰਹੇ ਸੀ, ਉਹਨਾਂ ਸਾਰਿਆਂ 'ਚ ਮਾਨ ਦਲ ਦਾ ਇੱਕ ਆ ਰਿਹਾ ਸੀਗਾ ਕਿ ਲੋਕੀ ਮਾਨ ਦਲ ਨਾਲ ਰੁਝਾਨ ਹੈਗਾ ਜਾਂ ਝਾੜੂ ਵੱਲ ਵੋਟ ਪਾਵਾਂਗੇ। ਪਰ ਕਿਤੇ ਨਾ ਕਿਤੇ 2017 ਦਾ ਇੱਕ ਐਗਜ਼ਾਮਪਲ ਸੀ ਪਿੱਛੇ, ਤੇ ਆਪਣੇ ਮਨਾਂ 'ਚ ਇਹ ਸੀਗਾ ਕਿ ਸ਼ਾਇਦ ਉਸ ਤਰੀਕੇ ਦਾ ਉਹ ਭੁਗਤਾ ਨਾ ਸਕਣ ਜਾਂ ਉਹਨੂੰ ਕਨਵਰਟ ਨਾ ਕਰ ਸਕਣ, ਜਾਂ ਐਕਚੁਅਲੀ ਇਹ ਵੋਟਰ ਵੋਕਲ ਆ। ਬੜੀਆਂ ਰੀਜ਼ਨਸ ਆ ਰਹੀਆਂ ਸੀਗੀਆਂ ਕਿ ਵੀ ਇਹ ਸਹੀ ਨਹੀਂ ਗਾ। ਤੇ ਕਿਉਂਕਿ ਇਸ ਤਰੀਕੇ ਦੀ ਸਵੀਪ ਸੋਚੀ ਨਹੀਂ ਸੀ ਤਾਂ ਕਿਸੇ ਵੀ ਤਸਵੁਰ 'ਚ ਨਹੀਂ ਆ ਰਹੀ ਸੀ। ਹਾਂ, ਇੱਕ ਸਾਇੰਟੀਫਿਕ ਮੈਥਡ ਨਾਲ ਸਰਵਿਸ ਜ਼ਰੂਰ ਕੱਢ ਰਹੇ ਸੀਗੇ ਇਹ ਹੈਗਾ, ਬਟ ਕੋਈ ਆਪਣੇ ਚੋਂ ਕੋਈ ਵੀ ਕੰਪਰੀਹੈਂਡ ਨਹੀਂ ਕਰ ਸਕਦਾ ਸੀਗਾ। ਜਿਵੇਂ ਆਪਦੇ ਇਲਾਕੇ 'ਚ ਘੁੰਮਣ ਨਾਲ ਹੈਗਾ, ਜਿਵੇਂ ਮੈਨੂੰ ਇਹ ਲੱਗਦਾ ਸੀ ਕਿ ਅਕਾਲੀ ਪਰਫਾਰਮ ਨਹੀਂ ਕਰਨਗੇ। ਕੋਈ ਜਗ੍ਹਾ ਤੇ ਸੀਗਾ ਕਿਸੇ ਨੂੰ ਕਿ ਕਾਂਗਰਸ ਉਵੇਂ ਨਹੀਂ ਪਰਫਾਰਮ ਕਰੂਗੀ। ਜਿਵੇਂ ਤੁਸੀਂ ਮਾਝੇ ਦੀ ਗੱਲ ਕੀਤੀ ਤਾਂ ਆਪਾਂ ਨੂੰ ਇਹ ਲੱਗਦਾ ਸੀ ਵੀ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਬੁਨਿਆਦ ਹੀ ਹੈ ਨਹੀਂ, ਇੱਥੇ ਹੈ ਹੀ ਨਹੀਂ, ਉਹਨਾਂ ਦੇ ਬੂਥ ਹੀ ਨਹੀਂ ਲੱਗ ਪਾਉਣਗੇ ਜਾਂ ਉਹਨਾਂ ਕੋਲ ਇੰਨਾ ਕਾਡਰ ਹੀ ਹੈ ਨਹੀਂਗਾ। ਬਟ ਜਿਵੇਂ ਨਤੀਜੇ ਆਏ ਆ ਇਹਦੇ ਤੋਂ ਹੁਣ ਆਪਾਂ ਉਹਦਾ ਇੱਕ ਪੋਸਟ ਇਵੈਂਟ ਇੱਕ ਵਿਸ਼ਲੇਸ਼ਣ ਕਰ ਸਕਦੇ ਹਾਂ, ਇੱਕ ਪੜਚੋਲ ਕਰ ਸਕਦੇ ਹਾਂ ਕਿ ਵੀ ਹੋਇਆ ਕੀ ਆ। ਸੋ ਜਿੱਥੋਂ ਤੱਕ ਮੈਨੂੰ ਸਮਝ ਆਉਂਦੀ ਆ, ਜਾਂ ਜਿਸ ਤਰੀਕੇ ਦੇ ਲੋਕ ਹਾਰੇ ਆ ਜਾਂ ਜਿਸ ਤਰੀਕੇ ਨਾਲ ਵੱਡੇ ਥੰਬ ਡਿੱਗੇ ਆ ਜਿਹਨਾਂ ਨੂੰ ਆਪਾਂ ਕਹਿੰਦੇ ਆ, ਤਾਂ ਉੱਥੋਂ ਐਂ ਲੱਗਦਾ ਜਿਵੇਂ ਇੱਥੇ ਆਪਣੇ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੇ ਕਲੈਕਟਿਵਲੀ ਜਿਹੜੀ ਪੁਰਾਣੀ ਟਾਈਪ ਦੀ ਪੋਲਿਟਿਕਸ ਸੀਗੀ ਜਾਂ ਜੋ ਹੋ ਰਿਹਾ ਸੀ ਉਹ ਸਾਰੀ ਪੋਲਿਟਿਕਸ ਨੂੰ ਨਕਾਰਤਾ। ਜਿਵੇਂ ਐਂਟੀ ਇਨਕੰਬੈਂਸੀ ਇਕੱਲੀ ਆਪਣਾ ਰਾਜ ਕਰ ਰਹੀ ਧਿਰ ਤੇ ਨਹੀਂ ਸੀ, ਪਿਛਲੀ ਅਕਾਲੀਆਂ ਤੇ ਵੀ ਅਗੇਂਸਟ ਵੀ ਸੀਗੀ ਜਿਵੇਂ, ਤੇ ਉਹ ਬਹੁਤ ਵੱਡੀ ਵੇਵ ਬਣ ਗਈ। ਤੇ ਉਹਤੇ ਤੇ ਕੀ ਫੈਕਟਰਸ ਆਏ ਜਾਂ ਕੀ ਨਹੀਂ ਕੰਮ ਕੀਤੇ ਉਹਦੇ ਤੇ ਆਪਾਂ ਚਰਚਾ ਕਰ ਸਕਦੇ ਹਾਂ। ਜਿੱਥੋਂ ਤੱਕ ਫੈਕਟਰਸ ਜਿਹੜੇ ਇਫੈਕਟ ਕਰ ਸਕਦੇ ਸੀ ਜਾਂ ਜਿਹੜੇ ਸੋਚਦੇ ਸੀ ਆਪਾਂ ਇਫੈਕਟ ਕਰਾਂਗੇ, ਇੱਕ ਤਾਂ ਉਹਨਾਂ ਚੋਂ ਡੇਰਿਆਂ ਦਾ ਸੀਗਾ ਕਿ ਡੇਰੇ ਪੰਜਾਬ ਦੇ ਵਿੱਚ ਤਕਰੀਬਨ 10,000 ਡੇਰੇ ਆ, ਉਹ ਕਿੱਧਰ ਨੂੰ ਝੁਕਾ ਲਿਆਉਂਦੇ ਆ। ਉਹਦੇ 'ਚ ਬੀਜੇਪੀ ਨੇ ਕੋਸ਼ਿਸ਼ ਕੀਤੀ, ਹੋਰਾਂ ਪਾਰਟੀਆਂ ਨੇ ਵੀ ਕੋਸ਼ਿਸ਼ ਕੀਤੀ ਕਿ ਜਿਵੇਂ ਆਪਣਾ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਕਿ ਦੁਆਬੇ ਦੇ ਡੇਰਿਆਂ ਨੂੰ ਇਨਫਲੂਐਂਸ ਕੀਤਾ ਜਾਵੇ, ਤੇ ਬੀਜੇਪੀ ਨੇ ਕੋਸ਼ਿਸ਼ ਕੀਤੀ ਕਿ ਵੀ ਵੱਡੇ ਡੇਰੇ ਜਿਵੇਂ ਸਰਸਾ ਡੇਰੇ ਨੂੰ ਜਾਂ ਰਾਧਾ ਸੁਆਮੀਆਂ ਨੂੰ ਇਨਫਲੂਐਂਸ ਕੀਤਾ ਜਾਵੇ। ਤਾਂ ਆਪਾਂ ਵੇਖਿਆ ਕਿ ਵੀ ਉਹ ਬਿਲਕੁਲ ਉਹਦਾ ਕੋਈ ਇੰਪੈਕਟ ਨਹੀਂ ਹੋਇਆ ਗਰਾਊਂਡ ਦੇ ਉੱਤੇ, ਉਹਦਾ ਕੋਈ ਅਸਰ ਨਹੀਂ ਨਜ਼ਰ ਆਇਆ। ਦੂਸਰਾ ਜਿਹੜਾ ਬਹੁਤ ਹੀ ਬੇਹੂਦਾ ਕਾਰਡ ਪਲੇ ਹੋ ਰਿਹਾ ਸੀ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਵਿੱਚ ਕਾਸਟ ਲਾਈਨਸ ਨੂੰ ਉਭਾਰਨ ਦੀ ਜਿਵੇਂ ਕੋਸ਼ਿਸ਼ ਕੀਤੀ ਜਾ ਰਹੀ ਸੀ, ਦਲਿਤ ਫੈਕਟਰ ਨੂੰ ਪਲੇ ਕੀਤਾ ਸੀ। ਕਾਂਗਰਸ ਨੇ ਤਾਂ ਆਪਦਾ ਦਲਿਤ ਚਿਹਰਾ ਦੱਸਣ ਦਾ ਕਿ ਉਹਨਾਂ ਨੇ ਤਾਂ ਇੱਕ CM ਵੀ ਲਿਆਂਦਾ ਸੀਗਾ, ਤਾਂ ਉਹ ਬਿਲਕੁਲ ਲੋਕਾਂ ਨੇ ਨਕਾਰਤਾ। ਮੇਰਾ ਖਿਆਲ ਉਹ ਜਿਹੜੀ ਦਲਿਤ ਆਇਡੈਂਟੀਟੀ ਸੀਗੀ ਜਾਂ ਜਾਤ ਪਾਤ ਦੀ ਆਇਡੈਂਟੀਟੀ, ਉਹਨੂੰ ਨਕਾਰ ਕੇ ਲੋਕਾਂ ਨੇ ਇੱਕ ਡਿਫਰੈਂਟ ਆਇਡੈਂਟੀਟੀ ਜਾਂ ਉਹਨਾਂ ਦੇ ਗਵਰਨੈਂਸ ਵੱਲ ਨੂੰ ਧਿਆਨ ਦਿੱਤਾ। ਤੀਸਰਾ ਜਿਹੜਾ ਫੈਕਟਰ ਬਹੁਤ ਵੱਡਾ ਸੀਗਾ ਉਹ ਆਪਾਂ ਇਹ ਕਹਿੰਦੇ ਵੀ ਪੈਸੇ ਦੇ ਧਨਾੜ ਲੋਕਾਂ ਦਾ, ਜੀ ਪੈਸਾ ਬਹੁਤ ਚੱਲਿਆ ਇਹਨਾਂ ਇਲੈਕਸ਼ਨਸ, ਤਾਂ ਉਹ ਵੀ ਕਿਤੇ ਨਾ ਕਿਤੇ ਵੇਖੋ ਆਪਾਂ ਫੇਲ ਹੁੰਦਾ ਵੇਖਿਆ। ਇੱਥੋਂ ਤੱਕ ਆ ਕਿ ਮਾਲਵੇ 'ਚ ਕੁਛ ਏਰੀਆ ਦੇ ਵਿੱਚ 40-40 ਕਰੋੜ ਰੁਪਇਆ ਵੀ ਕਹਿੰਦੇ ਖਰਚਿਆ ਗਿਆ। 8-10 ਕਰੋੜ ਦੀਆਂ ਤਾਂ ਆਮ ਹੀ ਗੱਲਾਂ ਹੁੰਦੀਆਂ ਸੀ ਪਰ ਕੌਂਸਟੀਚੁਐਂਸੀ, ਪਰ ਉਹ ਬਿਲਕੁਲ ਇਹ ਨਹੀਂ ਕਿ ਵੀ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਲੋਕ ਸੀਗੇ ਉਹ ਆਮ ਪਰਿਵਾਰਾਂ ਤੋਂ ਸੀ, ਉਹਨਾਂ ਦੇ ਵਿੱਚ ਵੀ ਬਹੁਤ ਧਨਾੜ ਸੀ। ਉਹਨਾਂ ਦਾ ਸਭ ਤੋਂ ਜਿਹੜਾ ਰਿਚੈਸਟ ਕੈਂਡੀਡੇਟ ਇਲੈਕਸ਼ਨ ਲੜ ਰਿਹਾ ਸੀ ਕੁਲਵੰਤ ਸਿੰਘ ਮੋਹਾਲੀ ਤੋਂ, ਉਹ ਆਮ ਆਦਮੀ ਪਾਰਟੀ ਦਾ ਹੀ ਸੀਗਾ। ਪਰ ਪੈਸੇ ਨੇ ਉਹ ਚੀਜ਼ ਨੂੰ ਉਹ ਕਰ ਨਹੀਂ ਸਕੇ, ਉਸ ਪੈਸੇ ਨਾਲ ਉੱਥੇ ਕੁਛ ਵੀ। ਸੋ ਇਹ 2-3 ਚੀਜ਼ਾਂ ਨਹੀਂ ਹੋਈਆਂ ਜਿਨ੍ਹਾਂ ਦਾ ਮੈਂ ਜੋ ਫੀਲ ਕਰਦਾ ਕਿ ਮੈਂ ਇਹ ਸਮਝਦਾ ਸੀਗਾ ਕਿ ਵੀ ਕਾਸਟ ਫੈਕਟਰ ਜਿਹੜਾ ਹੈਗਾ, ਦਲਿਤ ਫੈਕਟਰ ਹੈਗਾ, ਉਹ ਕਾਂਗਰਸ ਨੂੰ ਸਪੋਰਟ ਕਰੂਗਾ ਕਿਤੇ ਨਾ ਕਿਤੇ,
ਪਰ ਉਹ ਬਿਲਕੁਲ ਉਹਨਾਂ ਨੇ ਬਿਲਕੁਲ ਦਲਿਤ ਹੋ ਕੇ ਵੋਟ ਨਹੀਂ ਪਾਈ, ਇਕਜੁੱਟ ਹੋ ਕੇ ਨਹੀਂ ਵੋਟ ਪਾਈ। ਉੱਥੇ ਵੋਟ ਜਿਹੜੀ ਪਈ ਆ ਉਹ ਉਹਨਾਂ ਨੇ ਆਦੀ ਗਰੀਬੀ ਜਾਂ ਗਵਰਨੈਂਸ ਵੱਲ ਨੂੰ ਧਿਆਨ ਦਿੱਤਾ। ਤੇ ਇਹਦੇ ਤੋਂ ਇੱਕ ਚੀਜ਼ ਵੇਖਣ ਨੂੰ ਮਿਲੀ ਹੈ ਕਿ ਲੋਕੀ ਕਿਤੇ ਨਾ ਕਿਤੇ ਇਹ ਪੁਰਾਣੀ ਰਵਾਇਤੀ ਪੋਲਿਟਿਕਸ ਦੀ ਜਿਹੜੀ ਗਵਰਨੈਂਸ ਵਾਲਾ ਪਾਰਟ ਆ, ਉਹਦਾ ਜਿਹੜਾ ਸਰਵਿਸ ਡਿਲੀਵਰੀ ਵਾਲਾ ਪਾਰਟ ਆ, ਉਹਦੇ ਤੋਂ ਬਹੁਤ ਨਾਰਾਜ਼ ਸੀਗੇ ਤੇ ਉਹਦਾ ਅਸਰ ਪਿਆ। ਅਕਾਲੀ ਤਾਂ ਆਲਮੋਸਟ ਜਿਵੇਂ ਆਪਾਂ ਵੇਖਿਆ ਹਾਲਾਤ ਬਿਲਕੁਲ ਖਤਮ ਹੋ ਗਏ। ਆਪਣੀ ਗੱਲ ਵੀ ਹੁੰਦੀ ਰਹੀ ਅਕਾਲੀਆਂ ਬਾਰੇ, ਮੈਨੂੰ ਲੱਗਦਾ ਸੀ ਕਿ ਹਾਂ ਇਹ 10 ਤੋਂ ਥੱਲੇ ਜਾਣਗੇ ਤੇ ਉਹਦੇ ਕਈ ਕਾਰਨ ਸੀ। ਇੱਕ ਤਾਂ ਅਕਾਲੀ ਜਿਹੜੀ ਪੋਲਿਟਿਕਸ ਸੀਗੀ ਪਿਛਲੇ 20 ਸਾਲਾਂ 'ਚ ਉਹ 4 ਪਿਲਰਸ ਤੇ ਖੜੀ ਸੀਗੀ। 2 ਪਿਲਰਸ ਉਹਦੇ ਆਪਦੇ ਸੀ, 2 ਉਹ ਬਾਹਰੋਂ ਲੈਂਦੀ ਸੀ। ਜਿਹੜੇ 2 ਪਿਲਰਸ ਉਹਦੇ ਆਪਦੇ ਸੀ, ਇੱਕ ਤਾਂ ਕਿਸਾਨੀ ਤੇ ਇੱਕ ਪੰਥਕ ਪੋਲਿਟਿਕਸ ਚੋਂ ਅਕਾਲੀ ਦਲ ਬਾਦਲ ਬਿਲਕੁਲ ਮੰਨਫੀ ਹੋ ਚੁੱਕਿਆ ਸੀ। ਪੰਥਕ ਜਿਹੜੇ ਲੋਕ ਆ ਉਹਨਾਂ ਦੇ ਵੱਲੋਂ ਤਾਂ ਉਹ ਇੱਕ ਤਰ੍ਹਾਂ ਐਂਟੀ ਪੰਥਕ ਹੀ ਸਾਬਤ ਹੋ ਰਿਹਾ ਸੀਗਾ, ਜਿਸ ਤਰੀਕੇ ਨਾਲ ਉਹਦੇ ਪਿੱਛੇ ਬੇਅਦਬੀਆਂ ਦਾ ਇਸ਼ੂ ਹੋਇਆ ਜਾਂ ਉਸ ਉੱਥੇ ਸ਼ਹੀਦੀਆਂ ਹੋਈਆਂ ਉਸ ਚੋਂ। ਦੂਸਰਾ ਲੇਟਲੀ ਕਿਸਾਨੀ 'ਚ ਵੀ ਉਹ ਇਹ ਐਂ ਲੱਗਿਆ ਜਿਵੇਂ ਕਿਸਾਨੀ ਮੁੱਦਿਆਂ ਤੋਂ ਹਟ ਕੇ ਕਿਸਾਨੀ ਵੀ ਉਹਨਾਂ ਦੇ ਨਾਲ ਨਾਰਾਜ਼ ਸੀ। ਦੂਸਰੇ 2 ਜਿਹੜੇ ਉਹਨਾਂ ਦੇ ਜਿਨ੍ਹਾਂ ਤੇ ਉਹ ਖੜਦੀ ਸੀ ਉਹਨਾਂ ਦੀ ਪੋਲਿਟਿਕਸ, ਇੱਕ ਸੀਗੀ ਕਿ ਬੀਜੇਪੀ ਕਰਕੇ ਹਿੰਦੂ ਵੋਟ ਜਿਹੜੀ ਉਹਨਾਂ ਨੂੰ ਪੈਂਦੀ ਸੀ ਉਹ ਵੀ ਉਹਨਾਂ ਤੋਂ ਨਿਕਲ ਚੁੱਕੀ ਸੀ। ਤੇ ਚੌਥਾ ਉਹ ਕੀ ਜਿਹੜਾ ਉਹਨਾਂ ਦਾ ਆਟਾ ਦਾਲ ਸਕੀਮ ਨਾਲ ਉਹ ਦਲਿਤ ਨੂੰ ਜਾਂ ਮਾਰਜਨਲਾਈਜ਼ਡ ਗਰੁੱਪਸ ਨੂੰ ਆਪਦੇ ਨਾਲ ਲੈਂਦੇ ਸੀ, ਉਹ ਹੁਣ ਸਾਰੇ ਦੇਣ ਨੂੰ ਤਿਆਰ ਹੋ ਗਏ ਸੀ, ਤਾਂ ਉਹ ਇਫੈਕਟਿਵ ਨਹੀਂ ਰੋਲ ਰਿਹਾ ਸੀ। ਸੋ ਅਕਾਲੀਆਂ ਵਾਲਾ ਇਹ ਤਾਂ ਆਪਾਂ ਮੰਨ ਸਕਦੇ ਸੀ ਕਿ ਵੀ ਕੁਝ ਘਟੂਗਾ, ਬਟ ਇੰਨਾ ਬੁਰੀ ਤਰ੍ਹਾਂ ਡਿਫੀਟ ਹੋ ਜੂਗੀ ਇਹ ਕਿਸੇ ਨੇ ਨਹੀਂ ਆਪਾਂ ਸੋਚਿਆ ਸੀ। ਬਿਲਕੁਲ। ਹਾਂਜੀ, ਜਿਹੜੀ ਤੁਸੀਂ ਦਲਿਤ ਫੈਕਟਰ ਵਾਲੀ ਗੱਲ ਕੀਤੀ ਆ ਤਾਂ ਉਹ ਕਾਂਗਰਸ ਦਾ ਐਕਸਪੈਰੀਮੈਂਟ ਵੀ ਫੇਲ ਰਿਹਾ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਸਪਾ ਦੇ ਨਾਲ ਉਹਨਾਂ ਨੇ ਗੱਠਜੋੜ ਕੀਤਾ, ਉਹ ਵੀ ਲਗਭਗ ਫੇਲੀਅਰ ਹੀ ਸਾਬਤ ਹੋਇਆ ਕਿ ਇੱਕ ਸੀਟ ਹੀ ਜਿੱਤ ਸਕੀ ਬਸਪਾ, ਤੇ ਨਾ ਹੀ ਉਹ ਪੰਜਾਬ ਚੋਂ ਕੋਈ ਅਕਾਲੀ ਦਲ ਨੂੰ ਵੋਟ ਪਵਾ ਸਕੀ ਆ। ਬਰਾੜ ਸਾਹਿਬ, ਇਸ ਤੋਂ ਅੱਗੇ ਆਉਣੇ ਆਪਾਂ, ਜਿਵੇਂ ਆਮ ਆਦਮੀ ਪਾਰਟੀ ਹੁਣ ਇੱਕ ਤਾਕਤਵਰ ਧਿਰ ਬਣ ਕੇ ਉੱਭਰੀ ਆ ਕਿ ਉਹ ਬਹੁਮਤ ਤੋਂ ਵੀ ਮੈਨੂੰ ਲੱਗਦਾ 1.5 ਗੁਣਾ ਵੱਧ ਸੀਟਾਂ ਲੈ ਗਈ ਆ, ਤੇ ਉਹਦਾ ਜਿਹੜਾ ਕੰਟਰੋਲ ਆ, ਜਿਵੇਂ ਅੱਜ ਭਗਵੰਤ ਮਾਨ ਕੇਜਰੀਵਾਲ ਨੂੰ ਮਿਲੇ ਆ, ਜਿਵੇਂ ਰਾਘਵ ਚੱਡਾ ਜਿਹੜਾ ਆ ਉਹ ਕੱਲ ਹੀ ਇੱਥੇ ਪਹੁੰਚ ਗਿਆ ਸੀ, ਕਿ ਦਿੱਲੀ ਤੇ ਪੰਜਾਬ ਦੇ ਹਿੱਤਾਂ ਦੇ ਵਿੱਚ ਇਹ ਜਿਵੇਂ ਦਾ ਸਟਰਕਚਰ ਆ ਪਾਰਟੀ ਦਾ, ਉਹ ਕੋਈ ਰੁਕਾਵਟ ਬਣ ਸਕਦਾ ਹੈ ਜਾਂ ਭਵਿੱਖ ਦੇ ਵਿੱਚ ਕੋਈ ਟਕਰਾਅ? ਕਿਉਂਕਿ ਸਮੇਂ-ਸਮੇਂ ਤੇ ਕੇਜਰੀਵਾਲ ਵੱਲੋਂ ਪਰਾਲੀ ਦਾ ਮੁੱਦਾ ਹੋ ਗਿਆ ਜਾਂ ਪਾਣੀ ਦਾ ਮੁੱਦਾ ਹੋ ਗਿਆ, ਉਹਦੇ ਉੱਤੇ ਸ਼ੰਕੇ ਰਹਿੰਦੇ ਆ ਪੰਜਾਬੀਆਂ ਨੂੰ, ਕਿ ਇਹ ਚੀਜ਼ ਕੋਈ ਟਕਰਾਅ ਦਾ ਕਾਰਨ ਬਣ ਸਕਦੀ ਹੈ? ਦੇਖੋ ਜੀ, ਪਹਿਲੀ ਆਪਾਂ 3 ਆਸਪੈਕਟਸ ਤੋਂ ਮੈਂ ਆਮ ਆਦਮੀ ਪਾਰਟੀ ਨੂੰ ਵੇਖਦਾ। ਇੱਕ ਤਾਂ ਕਿਉਂਕਿ ਐਡਾ ਵੱਡਾ ਬਹੁਮਤ ਮਿਲ ਗਿਆ, ਇੰਨਾ ਵੱਡਾ ਮੈਂਡੇਟ ਦੇਤਾ ਲੋਕਾਂ ਨੇ, ਤਾਂ ਹੁਣ ਲੋਕ ਉਹਨਾਂ ਕੋਲ ਇੱਕ ਐਕਸਕਿਊਜ਼ ਨਹੀਂ ਰਹਿ ਜਾਊਗਾ ਕਿ ਵੀ ਪਰਫਾਰਮ ਕਿਉਂ ਨਹੀਂ ਕਰ ਪਾ। ਤਾਂ ਪਹਿਲੀ ਪਰਫਾਰਮੈਂਸ ਤਾਂ ਉਹਨਾਂ ਦੀ ਜਿਹੜੀ ਟੈਸਟ ਹੋਣੀ ਆ ਉਹ ਹੋਣੀ ਆ ਕਿ ਉਹ ਸਰਵਿਸ ਡਿਲੀਵਰੀ ਕਿੰਝ ਦੇ ਰਿਹਾ, ਉਹ ਕਿਸ ਤਰੀਕੇ ਦੀ ਸੇਵਾਵਾਂ ਦੇ ਰਿਹਾ, ਉਹ ਪਹਿਲਾਂ ਨਾਲੋਂ ਸਿੱਖਿਆ ਨੂੰ ਬਿਹਤਰ ਕਿਵੇਂ ਕਰ ਪਾ ਰਿਹਾ, ਉਹ ਰੁਜ਼ਗਾਰ ਨੂੰ ਬਿਹਤਰ ਕਿਵੇਂ ਦੇ ਪਾ ਰਿਹਾ, ਉਹ ਨਿਆਂ ਪ੍ਰਣਾਲੀ ਨੂੰ ਕਿਵੇਂ ਚਲਾ ਰਿਹਾ, ਉਹ ਹੈਲਥ ਦੇ ਮਾਮਲੇ 'ਚ ਕੀ ਕਰ ਰਿਹਾ। ਸਿੱਖਿਆ ਤੇ ਹੈਲਥ ਤਾਂ ਬਹੁਤ ਵੱਡਾ ਇੰਪੋਰਟੈਂਟ ਇਸ਼ੂ ਬਣੂਗਾ, ਬਿਕੋਜ਼ ਸਾਰੀ ਉਹਨਾਂ ਦੀ ਜਿਹੜੀ ਇਲੈਕਸ਼ਨ ਪਲੈਂਕ ਸੀ ਉਹ ਇਹਦੇ ਉੱਤੇ ਹੀ ਸੀਗੀ ਕਿ ਵੀ ਅਸੀਂ ਦਿੱਲੀ ਦੇ ਵਿੱਚ ਆ ਕੀਤਾ ਹੋਇਆ। ਹੁਣ ਇਹਦੇ ਵਿੱਚ ਕੀ ਹੈ ਕਿ ਵੀ ਪੰਜਾਬ ਜਿਹੜੀ ਆਲਰੇਡੀ ਇੰਨੀ ਕਰਜ਼ਾਈ ਸਟੇਟ ਆ, ਉਹਦੇ 'ਚ ਕਿੰਨੀ ਜਲਦੀ ਉਹ ਕਰ ਸਕਦੇ ਆ। ਪੰਜਾਬ ਜਿੱਥੇ ਕਰਜ਼ਾਈ ਆ, ਤਾਂ ਇੱਕ ਨਾਲ ਆਪਾਂ ਨੂੰ ਇਹ ਵੀ ਵੇਖਣਾ ਚਾਹੀਦਾ ਕਿ ਪੰਜਾਬ ਕੋਲ ਇਸ ਟਾਈਮ ਇਨਫਰਾਸਟ੍ਰਕਚਰ ਵੀ ਬਹੁਤ ਚੰਗਾ ਹੈਗਾ, ਜਿਹੜਾ ਇੱਕ ਜਿਵੇਂ ਕਰਜ਼ੇ ਵਾਲਾ ਦੌਰ ਉਹਦਾ ਨਿਕਲ ਚੁੱਕਿਆ, ਜਿੱਥੇ ਉਹ ਇਨਫਰਾਸਟ੍ਰਕਚਰ ਬਣਾਉਣ 'ਚੋਂ ਕਰਜ਼ਾ ਲੈਣਾ ਪੈ ਰਿਹਾ ਸੀ, ਉਹ ਨਿਕਲ ਚੁੱਕਿਆ ਤੇ ਹੁਣ ਆਮਦਨ ਆਉਣ ਦਾ ਸਮਾਂ ਆ ਗਿਆ। ਤਾਂ ਹੋ ਸਕਦਾ ਹੈ ਕਿ ਵੀ ਆਪਣਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਵਿੱਚ ਉਹ ਸਕਸੈਸਫੁਲ ਹੋ ਜਾਏ, ਜਾਂ ਜਿਵੇਂ ਆਮ ਆਦਮੀ ਪਾਰਟੀ ਦਾ ਇੱਕ ਰੁਝਾਨ ਰਿਹਾ ਕਿ ਉਹ ਪ੍ਰੋਜੈਕਸ਼ਨ ਬਹੁਤ ਸੋਹਣਾ ਕਰ ਲੈਂਦੀ ਆ, ਤਾਂ ਉਹ ਐਕਚੁਅਲੀ ਗਰਾਊਂਡ ਤੇ ਨਾ ਕਰੇ, ਪਰ ਉਹ ਦਿਖਾ ਸਕੇ ਲੋਕਾਂ ਨੂੰ ਕਿ ਵੀ ਅਸੀਂ ਬਹੁਤ ਚੰਗਾ ਪਰਫਾਰਮ ਕੀਤਾ। ਤੇ ਇੱਥੇ ਉਹਨਾਂ ਦਾ ਇਹ ਟਾਸਕ ਆਊਗਾ, ਤੇ ਆਪੋਜੀਸ਼ਨ ਦਾ ਇਹ ਟਾਸਕ ਆਊਗਾ ਜਾਂ ਸਿਵਲ ਸੁਸਾਇਟੀ ਦਾ ਇਹ ਟਾਸਕ ਆਊਗਾ ਕਿ ਵੀ ਉਹ ਜੇ ਕਿਸੇ ਇੱਕ ਝੂਠਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਉਹਨੂੰ ਤੋੜਿਆ ਜਾਵੇ, ਕਿ ਵੀ ਇਹ ਨਾ ਹੋਵੇ ਕਿ ਵੀ ਐਕਚੁਅਲੀ ਗਰਾਊਂਡ ਤੇ ਉਹ ਕਰਨ ਕੁਛ ਨਾ ਤੇ ਦਿਖਾਉਣ ਹੀ ਸਿਰਫ। ਸੋ ਇੱਕ ਤਾਂ ਇਹ ਚੈਲੰਜ ਹੈਗਾ ਜੀ, ਉਹਨਾਂ ਨੂੰ ਵੀ ਚੈਲੰਜ ਆ ਤੇ ਸਿਵਲ ਸੁਸਾਇਟੀ ਨੂੰ ਵੀ ਚੈਲੰਜ ਹੈਗਾ। ਸਿਵਲ ਸੁਸਾਇਟੀ ਸ਼ਬਦ ਮੈਂ ਕਿਉਂ ਵਰਤ ਰਿਹਾ, ਕਿਉਂਕਿ ਵੇਖੋ ਆਪੋਜੀਸ਼ਨ ਤਾਂ ਰਹੀ ਨਹੀਂ, ਆਪੋਜੀਸ਼ਨ ਤਾਂ ਸਬਸਟੈਂਸ਼ੀਅਲ ਆਪੋਜੀਸ਼ਨ ਤਾਂ ਹੈ ਹੀ ਨਹੀਂ ਗੀ, ਬਹੁਤ ਛੋਟੀ ਜਿਹੀ ਆਪੋਜੀਸ਼ਨ ਆ। ਤਾਂ ਉੱਥੋਂ ਐਕਟਿਵਿਸਟ ਗਰੁੱਪਸ ਨੂੰ ਜਾਂ ਸਿਵਲ ਸੁਸਾਇਟੀ ਜਾਂ ਐਕਟਿਵਿਸਟ ਗਰੁੱਪਸ, ਚਾਹੇ ਉਹ ਪੰਜਾਬ ਦੇ ਆ ਚਾਹੇ ਪੰਥ ਦੇ ਸਰੋਕਾਰ ਰੱਖਦੇ ਆ, ਉਹਨਾਂ ਨੂੰ ਵੀ ਫੀਲਡ ਦੇ ਵਿੱਚ ਉਹ ਰੋਲ ਨਿਭਾਉਣਾ ਪਊਗਾ ਜਿਹੜਾ ਕਿ ਰਵਾਇਤੀ ਆਪੋਜੀਸ਼ਨ ਨਿਭਾਉਂਦੀ ਆ ਵਿਧਾਨ ਸਭਾ ਦੇ ਵਿੱਚ। ਦੂਸਰਾ ਜਿਹੜਾ ਆਸਪੈਕਟ ਹੈਗਾ, ਜਿੱਥੇ ਆਪਾਂ ਅੱਜ ਜਿਵੇਂ ਆਪਣਾ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਚੀਫ ਮਿਨਿਸਟਰ ਡੈਜ਼ਿਗਨੇਟ ਹੈਗੇ ਆ ਜਾਂ ਆਪਣੇ CM ਬਣਨੇ ਆ, ਉਹਨਾਂ ਦਾ ਜੋ ਰਿਲੇਸ਼ਨਸ਼ਿਪ ਨਜ਼ਰ ਆਇਆ ਕੇਜਰੀਵਾਲ ਨਾਲ,
ਉਹਦੀ ਰਿਫਲੈਕਸ਼ਨ, ਉਹ ਇੱਕ ਸਿੰਬੋਲਿਕ ਰਿਲੇਸ਼ਨਸ਼ਿਪ ਆ ਜਿਹੜਾ ਕਿ ਆਪਾਂ ਉਹਦੀ ਰਿਫਲੈਕਸ਼ਨ ਡੇ ਟੂ ਡੇ ਐਡਮਿਨਿਸਟ੍ਰੇਸ਼ਨ 'ਚ ਵੀ ਵੇਖਾਂਗੇ ਪੰਜਾਬ ਵਿੱਚ। ਹੋ ਸਕਦਾ ਹੈ ਕਿ ਵੀ ਆਮ ਤੌਰ ਤੇ ਜਿਵੇਂ ਸੀਐਮ ਕੋਲ ਵੀ ਹੋਮ ਮਿਨਿਸਟਰੀ ਹੁੰਦੀ ਹੈ, ਜਿਵੇਂ ਹੁਣ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਸ਼ਾਇਦ ਹੋਮ ਮਿਨਿਸਟਰੀ ਜਿਹੜੀ ਹੈਗੀ ਆ ਉਹ ਕੁੰਵਰ ਵਿਜੇ ਪ੍ਰਤਾਪ ਕੋਲੇ ਹੋਵੇ, ਤਾਂ ਦੂਸਰਾ ਪ੍ਰਿੰਸੀਪਲ ਸੈਕਟਰੀ ਕੌਣ ਆਉਂਦੇ ਆ। ਤਾਂ ਹੋ ਸਕਦਾ ਹੈ ਕਿ ਭਗਵੰਤ ਮਾਨ, ਵੈਸੇ ਆਪਾਂ ਨੂੰ ਜੱਜ ਨਹੀਂ ਕਰਨਾ ਚਾਹੀਦਾ, ਬਟ ਜਿਵੇਂ ਕਿ ਸਿੰਬਲਿਜ਼ਮ ਹੋ ਰਿਹਾ ਤੇ ਜਿਸ ਤਰੀਕੇ ਦੀ ਕੰਟਰੋਲਡ ਤਰੀਕੇ ਨਾਲ ਆਮ ਆਦਮੀ ਪਾਰਟੀ ਚੱਲਦੀ ਹੈ, ਤਾਂ ਐਂ ਲੱਗ ਰਿਹਾ ਆਪਾਂ ਫੇਅਰਲੀ ਜੱਜ ਕਰ ਸਕਦੇ ਹਾਂ ਕਿ ਵੀ ਇਹ ਕੰਟਰੋਲ ਸਿੱਧਾ ਮਤਲਬ ਦੋ ਡਿਪਾਰਟਮੈਂਟਸ ਦਾ, ਇੱਕ ਤਾਂ ਪ੍ਰਿੰਸੀਪਲ ਸੈਕਟਰੀ ਬਹੁਤ ਇੰਪੋਰਟੈਂਟ ਹੁੰਦਾ, ਇੱਕ ਹੋਮ ਮਿਨਿਸਟਰੀ ਬਹੁਤ ਹੁੰਦੀ ਹੈ ਜਿਹਦੇ ਥੱਲੇ ਪੁਲਿਸ ਹੁੰਦੀ ਹੈ। ਪੁਲਿਸ ਦਾ ਬਹੁਤ ਇਫੈਕਟਿਵ ਇੰਪੋਰਟੈਂਟ ਰੋਲ ਹੁੰਦਾ ਪੰਜਾਬ ਦੇ ਵਿੱਚ। ਤਾਂ ਇਹ ਦੋਨੇ ਅਦਾਰੇ ਹੋ ਸਕਦਾ ਹੈ ਇੱਕ ਰਿਮੋਟ ਕੰਟਰੋਲ ਨਾਲ ਦਿੱਲੀ ਤੋਂ ਚੱਲਣ, ਜਿਹੜਾ ਕਿ ਬਹੁਤ ਇੱਕ ਮਤਲਬ ਆਪਣਾ ਪ੍ਰੋਬਲਮ ਵਾਲੀ ਗੱਲ ਹੋ ਸਕਦੀ ਹੈ। ਤੀਸਰੀ ਜਿਹੜੀ ਸਭ ਤੋਂ ਵੱਡੀ ਚੈਲੰਜ ਆਊਗੀ ਜੀ, ਉਹ ਆਊਗੀ ਕਿ ਇੱਕ ਨੈਰੇਟਿਵ ਬਣ ਵੀ ਚੁੱਕਿਆ ਸਪੈਸ਼ਲੀ ਪੰਥ ਵਾਲੇ ਪਾਸਿਓਂ, ਤਾਂ ਕਿਉਂਕਿ ਆਪਾਂ ਜਦੋਂ ਐਂਟਰ ਹੋ ਰਹੇ ਹਾਂ ਇਸ ਸਰਕਾਰ ਦੇ ਵਿੱਚ, ਤਾਂ ਇੱਕ ਟਕਰਾਅ ਆਲਰੇਡੀ ਆ ਦਵਿੰਦਰਪਾਲ ਭੁੱਲਰ ਬਾਈ ਦੇ ਕੇਸ ਦੇ ਵਿੱਚ ਕਿ ਉਹ ਉਹਨਾਂ ਨੇ ਸਿੱਖਾਂ ਦੇ ਬਾਰੇ ਪੋਜ਼ਿਟਿਵ ਨਹੀਂ ਲਿਆ। ਦੂਸਰਾ, ਕੁਝ ਸਟੇਟਮੈਂਟਸ ਜਿਹੜੀਆਂ ਆਈਆਂ ਆਮ ਆਦਮੀ ਪਾਰਟੀ ਤੋਂ ਕਿ ਵੀ ਆਪਣਾ ਬੇਅਦਬੀ ਤੇ ਨਸ਼ਿਆਂ ਦਾ ਜਿਹੜਾ ਮੁੱਦਾ ਹੈ ਇਹ ਪਰਸੈਪਸ਼ਨ ਹੀ ਕ੍ਰੀਏਟ ਕੀਤੀ ਗਈ ਹੈ, ਐਡੇ ਵੱਡੇ ਮੁੱਦੇ ਨਹੀਂ ਗੇ। ਤੀਸਰੀ ਜਿਹੜੀ ਚੀਜ਼ ਤੁਸੀਂ ਦੇਖਿਆ ਹੋਊਗਾ ਕਿ ਮਾਨ ਸਾਹਿਬ ਨੇ ਜਦੋਂ ਹੁਣ ਸਪੀਚ ਦਿੱਤੀ ਤਾਂ ਉਹਨਾਂ ਨੇ ਆਖਿਆ ਕਿ ਮੈਂ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਤੋਂ ਆਪਦੀ ਸੇਧ ਲੈਣਾ। ਇਹਦੇ ਤੋਂ ਸਾਰੀਆਂ ਗੱਲਾਂ ਤੋਂ ਸਾਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਜਿਹੜੇ ਚੈਲੰਜਸ ਪੰਥ ਨੂੰ ਆਉਣੇ ਆ ਜਾਂ ਸਿੱਖਾਂ ਨੂੰ ਆਉਣੇ ਆ, ਉਹ ਚੈਲੰਜਸ ਵਧਣ ਦਾ ਚਾਂਸ ਹੈਗੇ ਆ। ਤੇ ਦੂਸਰਾ, ਆਮ ਆਦਮੀ ਪਾਰਟੀ ਸ਼ਾਇਦ ਜਿਹੜੇ ਉੱਥੇ ਟੈਸਟ ਜਿੱਥੇ ਹੋਣਾ ਉਹਦਾ ਇਹ ਹੋਣਾ ਹੈ ਕਿ ਪਰਾਲੀ ਤੇ ਉਹ ਕੀ ਸਟੈਂਡ ਲੈਂਦੀ ਆ, ਪਾਣੀਆਂ ਤੇ ਕੀ ਸਟੈਂਡ ਲੈਂਦੀ ਆ। ਹੁਣ ਹਿਮਾਚਲ ਦਾ ਇਲੈਕਸ਼ਨ ਨੇੜੇ ਆ, ਫਿਰ ਉਹ ਸੈਂਟਰ 'ਚ ਲੜਨਾ ਚਾਹੁੰਦੀ ਆ, ਤਾਂ ਉਹ ਸਾਡੇ ਪਾਣੀ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਹੋਰ ਜਿਵੇਂ BSF ਦਾ ਦਾਇਰਾ ਆਪਣਾ ਏਰੀਆ ਵਧਾਇਆ ਗਿਆ। ਇਹ ਜਿਹੜੇ ਇਸ਼ੂਜ਼ ਹੋਣਗੇ ਇਹਨਾਂ ਦੇ ਉੱਤੇ ਉਹਦਾ ਸਟੈਂਡ ਕੀ ਹੋਊਗਾ। ਇੱਥੇ ਆਈਡੀਓਲੋਜੀਕਲ ਕਲੈਸ਼ ਆਊਗਾ। ਹੁਣ ਜੇ ਉਹ ਆਦੀ ਸਰਵਿਸ ਡਿਲੀਵਰੀ ਨਹੀਂ ਦੇ ਪਾਉਂਦੀ ਤੇ ਜਿਵੇਂ ਉਹ ਨਹੀਂ ਸੁਰੱਖਿਆ ਆਪਣਾ ਸਿੱਖਿਆ ਉਸ ਹਿਸਾਬ ਨਾਲ ਦੇ ਪਾਉਂਦੀ, ਜਾਂ ਹੈਲਥ ਨਹੀਂ ਦੇ ਪਾਉਂਦੀ, ਜਾਂ ਰੁਜ਼ਗਾਰ ਨਹੀਂ ਦੇ ਪਾਉਂਦੀ, ਜਾਂ ਉਹ ਜੋ ਪ੍ਰੋਮਿਸਿਸ ਕੀਤੀਆਂ ਨਹੀਂ ਡਿਲੀਵਰ ਕਰ ਪਾਉਂਦੀ, ਤਾਂ ਜਦੋਂ ਆਈਡੀਓਲੋਜੀਕਲ ਇਸ਼ੂਜ਼ ਆਉਣਗੇ ਤਾਂ ਉਦੋਂ ਉਹ ਕੰਪਾਊਂਡ ਹੋ ਜਾਣਗੇ ਤੇ ਉਹਨੂੰ ਫੇਸ ਕਰਨਾ ਮੁਸ਼ਕਲ ਹੋ ਜਾਊਗਾ। ਬਿਲਕੁਲ। ਇਹਦੇ ਵਿੱਚ ਆਪਾਂ ਇਹ ਗੱਲ ਵੀ ਦੇਖੀ ਹੈ ਕਿ ਜਿਵੇਂ ਇੱਕ ਚੈਨਲ ਦੇ ਪੱਤਰਕਾਰ ਨਾਲ ਇੰਟਰਵਿਊ ਦੇ ਵਿੱਚ ਇਹ ਸਵਾਲ ਆਇਆ ਸੀ ਕਿ ਜਿਹੜਾ ਦਿੱਲੀ ਨੂੰ ਪਾਣੀ ਜਾਂਦਾ ਹੈ ਵੀ ਉਹਦੀ ਰਾਇਲਟੀ ਲੈ ਕੇ ਦੋਗੇ, ਤਾਂ ਕੁਲਤਾਰ ਸਿੰਘ ਸੰਧਵਾ ਨੇ ਭਾਵੇਂ ਉਹ ਮਜਬੂਰੀ 'ਚ ਜਾਂ ਫਸੇ ਹੋਏ ਨੇ ਕਿਹਾ ਸੀ ਕਿ ਜ਼ਰੂਰ ਲੈ ਕੇ ਦੇਵਾਂਗੇ। ਹਾਲਾਂਕਿ ਰਾਇਲਟੀ ਵੀ ਇੱਕ ਮੁੱਦਾ ਹੈ ਹਰਿਆਣੇ ਨਾਲ ਪਾਣੀਆਂ ਦਾ, ਚੰਡੀਗੜ੍ਹ ਦਾ ਮਸਲਾ, ਕਿਉਂਕਿ ਕੇਜਰੀਵਾਲ ਦੀ ਬੈਕਗਰਾਉਂਡ ਹਰਿਆਣੇ ਤੋਂ ਆ, ਤਾਂ ਉਹ ਐਸਪਾਇਰ ਵੀ ਕਰਦੇ ਕਿ ਆਪਾਂ ਹਰਿਆਣੇ ਦੇ ਵਿੱਚ ਵੀ ਆਪਣਾ ਇੱਕ ਢਾਂਚਾ ਸਟੈਬਲਿਸ਼ ਕਰਨਾ ਹੈ। ਜ਼ਰੂਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਸਟੈਂਡ ਹੋਊਗਾ ਉਹਦੇ ਉੱਤੇ ਕਿਤੇ ਨਾ ਕਿਤੇ ਕਨਫਲਿਕਟ ਵੇਖਣ ਨੂੰ ਮਿਲ ਸਕਦਾ। ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਸੈਕਸ਼ਨ ਰਿਹਾ ਆ, ਜਿਵੇਂ ਸ਼ੁਰੂਆਤ ਦੇ ਵਿੱਚ ਪੰਜਾਬ 'ਚ ਆਮ ਆਦਮੀ ਪਾਰਟੀ ਆਈ ਤਾਂ ਉਹਦੇ ਵਿੱਚ ਪੰਥਕ ਭਾਵਨਾ ਰੱਖਣ ਵਾਲਾ ਇੱਕ ਵੱਡਾ ਤਬਕਾ ਨਾਲ ਤੁਰਿਆ। ਇਸ ਤੋਂ ਇਲਾਵਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਵਾਲੇ ਧਰਮਵੀਰ ਗਾਂਧੀ ਵਰਗੇ, ਸੁਖਪਾਲ ਖਹਿਰੇ ਵਰਗੇ ਤੇ ਸੁੱਚਾ ਸਿੰਘ ਛੋਟੇਪੁਰ ਵਰਗੇ ਬੰਦੇ ਵੀ ਜਿਹੜੇ ਹੌਲੀ ਹੌਲੀ ਉਹ ਸਾਈਡ ਲਾਈਨ ਕਰਕੇ ਬਾਹਰ ਕੀਤੇ ਗਏ। ਹੁਣ ਵੀ ਇੱਕ ਸੈਕਸ਼ਨ ਉਹਦੇ ਵਿੱਚ ਅਜਿਹਾ ਆ ਜਿਹੜਾ ਅਸੀਂ ਉਮੀਦ ਜਿਨ੍ਹਾਂ ਤੋਂ ਕਰ ਸਕਦੇ ਹਾਂ ਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ। ਉਹਦੇ ਵਿੱਚ ਚਾਹੇ ਕੁਲਤਾਰ ਸਿੰਘ ਸੰਧਵਾ ਹੋਣ, ਚਾਹੇ ਉਹ ਜਿਹੜੇ ਜਥੇਦਾਰ ਖੁੱਡੀਆਂ ਜਿੱਤ ਕੇ ਆਏ ਨੇ, ਉਹਨਾਂ ਤੋਂ ਵੀ ਮਤਲਬ ਇਹੀ ਆਸ ਲਾ ਸਕਦੇ ਆ ਕਿ ਉਹ ਪੰਥ ਪੰਜਾਬ ਦੇ ਮਸਲਿਆਂ ਤੇ ਕੋਈ ਕੰਪਰੋਮਾਈਜ਼ ਨਹੀਂ ਕਰਨਗੇ। ਐਡੀ ਸਟਰੋਂਗ ਮੈਜੋਰਿਟੀ ਦੇ ਵਿੱਚ ਜੇ ਕਿਸੇ ਵੀ ਸਟੈਂਡ ਦੇ ਉੱਤੇ ਕਿਸੇ MLA ਨੂੰ ਜਾਂ ਇੱਕ ਸੈਕਸ਼ਨ ਛੋਟਾ ਜਿਹਾ MLAs ਦਾ ਉਹ ਸੋਚੇ ਜਾਂ ਕੋਈ ਆਪਣਾ ਕੰਸਰਨ ਰੱਖੇ ਕੇਜਰੀਵਾਲ ਅੱਗੇ ਜਾਂ ਆਪਣੀ ਹਾਈ ਕਮਾਂਡ ਦੇ ਅੱਗੇ, ਤੁਹਾਨੂੰ ਲੱਗਦਾ ਕਿ ਉਹਨਾਂ ਦੀ ਕੋਈ ਸੁਣਵਾਈ ਹੋਊਗੀ ਕਿ ਜਾਂ ਇੱਥੇ ਵੀ ਕੋਈ ਕਿਸੇ ਕਿਸਮ ਦਾ ਕਲੈਸ਼ ਜਾਂ ਉਹਨਾਂ ਨੂੰ ਗੁੱਠੇ ਲਾਉਣ ਵਾਲੀ ਕੋਈ ਕਵਾਇਦ ਚੱਲ ਸਕਦੀ ਹੈ? ਨਹੀਂ, ਉਹ ਤੁਸੀਂ ਗੱਲ ਨੂੰ ਸਮਝੋ, ਜਿਹੜਾ ਬੁਨਿਆਦੀ ਕਲੈਸ਼ ਆ, ਜਿਹੜੇ ਲੋਕ ਪੰਥ ਪ੍ਰਸਤ ਆ ਜਾਂ ਪੰਜਾਬ ਪ੍ਰਸਤ ਆ, ਉਹਨਾਂ ਦਾ ਜਿਹੜਾ ਬੁਨਿਆਦੀ ਕਲੈਸ਼ ਆ ਉਹ ਕੱਲੀ ਆਮ ਆਦਮੀ ਪਾਰਟੀ ਨਾਲ ਨਹੀਂ, ਉਹ ਹਰੇਕ ਉਸ ਪਾਰਟੀ ਨਾਲ ਆ ਜਿਹੜੀ ਰਾਸ਼ਟਰਵਾਦ ਨੂੰ ਜਾਂ ਵਧਾਉਂਦੀ ਆ ਜਾਂ ਨੈਸ਼ਨਲਿਜ਼ਮ ਨੂੰ ਵਧਾਉਂਦੀ ਆ, ਤੇ ਦੂਜਾ ਸਾਡੇ ਸੱਭਿਆਚਾਰ ਨੂੰ, ਸਾਡੇ ਕਲਚਰ ਨੂੰ ਖਤਮ ਕਰਕੇ ਨੈਸ਼ਨਲਿਜ਼ਮ ਦੇ ਵਿੱਚ ਅਬਜ਼ੌਰਬ ਕਰਨਾ ਚਾਹੁੰਦੀ ਹੈ, ਪਹਿਲੀ ਗੱਲ। ਦੂਸਰੀ ਗੱਲ, ਹਰ ਉਸ ਪਾਰਟੀ ਨਾਲ ਆ ਜਿਹੜੀ ਕੇਂਦਰੀਕਰਨ ਵਧਾਉਂਦੀ ਆ ਤੇ ਫੈਡਰਲ ਢਾਂਚੇ ਨੂੰ ਝਟਕਾ ਲਾਉਂਦੀ ਹੈਗੀ ਆ। ਹੁਣ ਇਸ ਕੇਸ ਦੇ ਵਿੱਚ ਤੁਹਾਡੇ 90 ਬੰਦਿਆਂ ਚੋਂ ਸਿਰਫ 2 ਬੰਦੇ ਹੀ ਆ ਜਿਹੜੇ ਤੁਸੀਂ ਆਪਾਂ ਕਹਿ ਸਕਦੇ ਜਿਹੜੀ ਥੋੜਾ ਬਹੁਤ ਸ਼ਾਇਦ ਬੋਲਣ। ਹਲੇ ਆਪਾਂ ਟੈਸਟ ਕਹਿ ਨਹੀਂ ਸਕਦੇ। ਵੇਖੋ,
ਖੁੱਡੀਆਂ ਸਾਹਿਬ ਨੇ ਦਵਿੰਦਰਪਾਲ ਭੁੱਲਰ ਦੇ ਕੇਸ ਦੇ ਵਿੱਚ ਬਿਲਕੁਲ ਕੁਝ ਨਹੀਂ ਬੋਲਿਆ ਸਾਰੀ ਕੈਂਪੇਨ 'ਚ, ਠੀਕ ਹੈ ਜੀ। ਤੇ ਆਪਾਂ ਬਾਕੀਆਂ ਨਾਲ ਵੀ ਜੇ ਗੱਲ ਕਰਦੇ ਰਹੇ ਹਾਂ ਤਾਂ ਉਹਨਾਂ ਚੋਂ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ। ਉਹ ਮਤਲਬ ਉਹ ਉਸ ਗੱਲ ਨੂੰ ਸਾਇਲੈਂਟਲੀ ਜਾਂ ਇਨਡਿਫਰੈਂਟ ਹੁੰਦੇ ਰਹੇ ਜਾਂ ਉਹਨੂੰ ਪਾਸਾ ਵੱਟਦੇ ਰਹੇ ਉਸ ਗੱਲ ਤੋਂ। ਸੋ ਆਪਾਂ ਨਹੀਂ ਐਕਸਪੈਕਟ ਕਰ ਸਕਦੇ ਉਸ ਗੱਲ ਨੂੰ। ਤੇ ਜਿਹੜੇ ਪੰਜਾਬ ਦੀ ਸਟਰਗਲ ਆ ਜਾਂ ਪੰਜਾਬ ਦੇ ਮੁੱਦੇ ਆ, ਉਹ ਬਹੁਤ ਉਹ ਪੰਜਾਬ ਦੀ ਹੀ ਕੋਈ ਪਾਰਟੀ ਉਠਾ ਸਕਦੀ ਆ, ਜਾਂ ਪੰਜਾਬ ਦੇ ਹੀ ਲੋਕ ਉਹਨੂੰ, ਉਹ ਸਕਸੈਸਫੁਲ ਹੁੰਦੇ ਆ ਜਾਂ ਨਹੀਂ ਸਕਸੈਸਫੁਲ ਹੁੰਦੇ ਉਹ ਅੱਡ ਗੱਲ। ਬਟ ਇਹ ਐਕਸਪੈਕਟ ਕਰਨਾ ਕਿ ਆਮ ਆਦਮੀ ਪਾਰਟੀ ਉਹ ਮੁੱਦੇ ਉਠਾਊਗੀ, ਕਿਉਂਕਿ ਉਹਦਾ ਤਾਂ ਨੈਸ਼ਨਲ ਪਰਸਪੈਕਟਿਵ, ਉਹਨੇ ਤਾਂ ਪਹਿਲਾਂ ਹੀ ਕਹਿਤਾ ਵੀ ਅਸੀਂ ਇਹ ਇਨਕਲਾਬ ਜਾਂ ਇਹ ਚੀਜ਼ ਅਸੀਂ ਸਾਰੇ ਭਾਰਤ 'ਚ ਲਿਆਉਣੀ ਆ। ਤਾਂ ਜਿਹੜੀ ਚੀਜ਼ ਵਾਸਤੇ ਜੇ ਉਹ ਪੰਜਾਬ ਦਾ ਮੁੱਦਾ ਇੱਥੇ ਉਠਾਉਂਦਾ ਤਾਂ ਉਹਨੂੰ ਪਤਾ ਹੈ ਕਿ ਵੀ ਮੈਨੂੰ ਉਹਦੇ ਜਵਾਬ ਦੀ ਬਾਕੀ ਭਾਰਤ 'ਚ ਕਿਤੇ ਦੇਣੀ ਪੈਂਦੀ ਆ। ਤਾਂ ਮੇਰਾ ਖਿਆਲ ਆਪਦੇ ਐਂਬਿਸ਼ਨ ਦੇ ਅੱਗੇ ਜਾਂ ਆਪਦੇ ਉਹਦੇ ਤੇ ਸ਼ਾਇਦ ਉਹ ਨਿਆਂ ਤੇ ਨਾ ਖੜਨ, ਜਾਂ ਆਈਡੀਓਲੋਜੀਕਲੀ ਜਸਟਿਸ ਜਾਂ ਨਿਆਂ ਪੰਜਾਬ ਨੂੰ ਨਹੀਂ ਦਵਾ ਸਕਦੇ। ਬਿਲਕੁਲ। ਇਹਦੇ ਵਿੱਚ ਆਪਾਂ ਅੱਜ ਦੇਖੀਏ, ਜਿਵੇਂ ਗੌਤਮ ਗੰਭੀਰ ਇੱਕ ਸਾਬਕਾ ਕ੍ਰਿਕਟਰ ਆ, ਵੱਡਾ ਨਾਮ ਆ ਤੇ ਭਾਜਪਾ ਨਾਲ ਜੁੜੇ ਆ, ਉਹਨਾਂ ਨੇ ਇਸ ਜਿੱਤ ਦੀ ਵਧਾਈ ਕੇਜਰੀਵਾਲ ਨੂੰ ਦਿੱਤੀ ਹੈ, ਖਾਸ ਕਰ ਭਗਵੰਤ ਮਾਨ ਨੂੰ। ਹਾਲਾਂਕਿ ਉਹ ਜਾਣਦੇ ਨੇ, ਮੈਨੂੰ ਲੱਗਦਾ ਟਵਿੱਟਰ ਤੇ ਵੀ ਉਹਨਾਂ ਦਾ ਕੋਈ ਅਕਾਊਂਟ ਹੀ ਨਹੀਂ ਕਿ ਲੱਭਿਆ ਨਹੀਂ ਜਾ ਸਕਦਾ। ਵਧਾਈ ਕੇਜਰੀਵਾਲ ਨੂੰ ਦੇਣ ਦੇ ਨਾਲ ਉਹਨਾਂ ਨੇ ਇੱਕ ਖਾਸ ਗੱਲ ਲਿਖੀ ਹੈ ਕਿ ਜਿਹੜੇ ਰੀਨੀਨ ਖਾਲਿਸਤਾਨੀ ਐਲੀਮੈਂਟਸ, ਜਿਹੜੇ ਖਾਲਿਸਤਾਨੀ ਐਲੀਮੈਂਟਸ ਨੇ, ਉਹਨਾਂ ਦੇ ਨਾਲ ਡੀਲ ਕਰ ਰਹੇ ਹੋ ਜ਼ਰੂਰ, ਨਹੀਂ ਤਾਂ ਅਦਰਵਾਈਜ਼ ਇੱਥੇ ਕਸ਼ਮੀਰ ਬਣ ਸਕਦਾ। ਇਸ ਤੋਂ ਇਲਾਵਾ ਜਿਵੇਂ ਦੇ ਕੱਲ ਵੰਦੇ ਮਾਤਰਮ ਜਾਂ ਉਹ ਭਾਰਤ ਮਾਤਾ ਦੀ ਜੈ ਦੇ ਨਾਰੇ ਕੇਜਰੀਵਾਲ ਨੇ ਦਿੱਲੀੋਂ ਲਵਾਏ ਆ, ਤੇ ਇੱਥੇ ਭਗਵੰਤ ਮਾਨ ਦੀ ਸਪੀਚ ਦੇ ਵਿੱਚ ਫਤਿਹ ਤੇ ਜਾਂ ਜਕਾਰੇ ਗਾਇਬ ਹੋਣਾ, ਜਾਂ ਖਟਖੜ ਕਲਾ, ਗਾਂਧੀ ਦੀ ਗੱਲ, ਅੰਬੇਦਕਰ ਦੀ ਗੱਲ, ਇਹ ਸਾਰੀਆਂ ਚੀਜ਼ਾਂ ਕਲੀਅਰ ਕੱਟ ਇੱਕ ਸਾਈਨ ਹੈ ਕਿ ਉਹ ਨੈਸ਼ਨਲਿਜ਼ਮ ਤੇ ਨੈਸ਼ਨਲਿਜ਼ਮ ਤੋਂ ਵੀ ਅੱਗੇ ਜਿਹੜਾ ਅਲਟਰਾ ਨੈਸ਼ਨਲਿਜ਼ਮ ਆ ਉਸ ਪਾਸੇ ਗੱਲ ਲੈ ਕੇ ਜਾਣਗੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਜਦੋਂ ਪਹਿਲਾਂ ਹੀ ਇੱਕ ਉਸ ਬੋਇਲਿੰਗ ਪੁਆਇੰਟ ਤੇ ਆ, ਵੀ ਜਦੋਂ ਇੱਕ ਯੂਥ ਇਹ ਗੱਲ ਇੱਥੇ ਫੀਲ ਕਰਦਾ ਹੈ, ਇੱਕ ਵੱਡਾ ਤਬਕਾ ਯੂਥ ਦਾ ਪਹਿਲਾਂ ਨਾਲੋਂ ਦਾਇਰਾ ਵੱਡਾ ਹੋਇਆ, ਫੀਲ ਕਰਦਾ ਹੈ ਕਿ ਅਸੀਂ ਇੰਡੀਆ ਦੇ ਵਿੱਚ ਜਿਹੜਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਇਨਸਾਫ ਨਹੀਂ ਹੁੰਦਾ, ਤਾਂ ਉਹਦੇ ਵਿੱਚ ਭਵਿੱਖ 'ਚ ਕਿਵੇਂ ਡੀਲ ਕਰ ਸਕਦੇ ਆ। ਕਿਉਂਕਿ ਤੁਸੀਂ ਉਹ ਹੋਮ ਮਿਨਿਸਟਰੀ ਵਾਲੇ ਵੀ ਗੱਲ ਕਰ ਚੁੱਕੇ ਹੋ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਲਾਇਆ ਜਾ ਸਕਦਾ, ਤਾਂ ਇਹ ਕੁਐਸਚਨ ਨੂੰ ਤੁਸੀਂ ਕਿਵੇਂ ਦੇਖਦੇ ਜੇ? ਦੇਖੋ, ਕੁਝ ਆਸਪੈਕਟ ਤਾਂ ਹੈ ਜਿਹਦੇ ਨਾਲ ਪੰਜਾਬ ਜੂਝਣਾ ਜਾਣਦਾ ਜਾਂ ਗਿੱਝਿਆ, ਉਹ ਆਸਪੈਕਟ ਤਾਂ ਹੈ ਤੁਹਾਡਾ ਜਿਹੜਾ ਕਿ ਬਾਈ ਫੋਰਸ ਤੁਹਾਡੀਆਂ, ਜਿਵੇਂ ਗੌਤਮ ਗੰਭੀਰ ਨੇ ਇੱਕ ਉਹਨੂੰ ਟੌਂਚ ਜਿਹਾ ਮਾਰਿਆ ਜਾਂ ਇਹ ਕਹਿ ਲਓ ਉਹਨੂੰ ਉਸ ਪਾਸੇ ਉਕਸਾਇਆ ਹੈ, ਠੀਕ ਹੈ ਨਾ। ਤੇ ਉਸ ਚੀਜ਼ ਨਾਲ ਤਾਂ ਆਪਾਂ ਜੂਝਦੇ ਆਏ ਆ ਪਿਛਲੇ 50 ਸਾਲ ਤੋਂ, ਕਿ ਜਿੱਥੇ ਸਾਨੂੰ ਫੋਰਸ ਨਾਲ ਸਾਡੀ ਥਾਟ ਨੂੰ ਦਬਾਇਆ ਜਾਂਦਾ ਹੈ, ਜਾਂ ਸਾਨੂੰ ਟਰਾਮਾ ਦੇ ਕੇ, ਜਾਂ ਸਾਡੇ ਨਾਲ ਦਬਾਅ ਪਾ ਕੇ, ਜਾਂ ਸਾਡੇ ਨਾਲ ਇਕਨੋਮਿਕ ਡਿਨਾਇਲ ਕਰਕੇ ਕਿ ਸਾਨੂੰ ਕੋਈ ਪ੍ਰੋਗਰੈਸ ਦੇਣੀ ਹੈ, ਉਹ ਪ੍ਰੋਗਰੈਸ ਨਹੀਂ ਦਿੱਤੀ ਜਾਂਦੀ, ਸਾਡੀ ਇਕਨੋਮੀ ਤੇ ਅਸਰ ਕੀਤਾ ਜਾਂਦਾ ਹੈ। ਉਸ ਨੈਰੇਟਿਵ ਨਾਲ ਅਸੀਂ ਲੜਦੇ ਆਏ ਆ, ਤੇ ਉਹਦੇ ਨਾਲ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਪੰਜਾਬੀਆਂ ਨੂੰ, ਤੇ ਖਾਸ ਕਰਕੇ ਪੰਥ ਪ੍ਰਸਤ ਜਿਹੜਾ ਐਲੀਮੈਂਟ ਤੁਸੀਂ ਕਹਿ ਰਹੇ ਹੋ ਕਿ ਵੀ ਉਹਦੀ ਵਿਚਾਰਧਾਰਾ ਨੂੰ ਦਬਾ ਦੇਣਗੇ ਆਪਾਂ ਨੂੰ ਜਾਂ ਕੁਝ ਕਰਦੇ। ਹਾਂ, ਟਫ ਟਾਈਮ ਹੋਊਗਾ, ਸਟਰਗਲ ਹੋ ਸਕਦੀ ਆ, ਪਰ ਉਹਨੂੰ ਖਤਮ ਨਹੀਂ ਕੀਤਾ ਜਾਊਗਾ। ਜਿਹੜੀ ਗੱਲ ਦਾ ਮੈਨੂੰ ਖਦਸ਼ਾ ਹੈ, ਜਾਂ ਜਿਹੜੀ ਗੱਲ ਤੇ ਮੈਂ ਸਮਝਦਾ ਕਿ ਡਰ ਵਾਲਾ ਜਿਹੜਾ ਪ੍ਰੋਬਲਮ ਆ, ਉਹ ਆ ਕਿ ਵੇਖੋ ਇੱਕ ਪਰਸੈਪਸ਼ਨ ਕ੍ਰੀਏਟ ਕਰ ਦਿੱਤੀ ਗਈ ਆ ਕਿ ਜਿਹੜੀਆਂ ਵੀ ਸਾਡੀਆਂ ਪ੍ਰੋਬਲਮਸ ਆ, ਜਿਹੜੀਆਂ ਵੀ ਪੰਜਾਬ ਦੀਆਂ ਪ੍ਰੋਬਲਮਸ ਆ, ਉਹਦਾ ਜਿਹੜਾ ਕਾਰਨ ਹੈਗੇ ਆ ਜਾਂ ਉਹਦਾ ਰੀਜ਼ਨ ਜਿਹੜਾ ਹੈਗਾ ਉਹ ਤੁਹਾਡੀ ਕਰਪਟ ਲੀਡਰਸ਼ਿਪ ਹੈਗੀ ਆ, ਨਾ ਕਿ ਕੇਂਦਰ ਹੈਗਾ। ਠੀਕ ਹੈ ਨਾ। ਤਾਂ ਇਹ ਜਿਹੜੀ ਚੀਜ਼ ਤੋਂ ਬਾਅਦ ਉਹ ਮਾਈਨਰ ਜਾਂ ਵੀ ਜੇ ਕੋਈ ਰਾਹਤ ਦੇ ਦੇਣਗੇ, ਇੱਕ ਮਾਈਨਰ ਜਾਂ ਵੀ ਸਮਝੋ ਵੀ ਥੋੜੇ ਬਹੁਤ ਵੀ, ਜਿਵੇਂ ਮੈਂ ਕਿਹਾ ਵੀ ਇਨਵੈਸਟਮੈਂਟ ਵਾਲਾ ਟਾਈਮ ਨਿਕਲ ਚੁੱਕਿਆ, ਹੁਣ ਅਗਾਂਹ ਅਰਨਿੰਗਸ ਵਧਣੀਆਂ ਪੰਜਾਬ ਦੀਆਂ, ਤੇ ਜੇ ਥੋੜੇ ਬਹੁਤ ਹਸਪਤਾਲ ਸੋਹਣੇ ਕਰ ਦੇਣਗੇ, ਥੋੜਾ ਬਹੁਤ ਸਿੱਖਿਆ ਦਾ ਸਕੂਲਾਂ ਨੂੰ ਪੇਂਟ ਕਰ ਦੇਣਗੇ, ਤੇ ਮਾਈਨਰ ਜਾਂ ਵੀ ਸਹਾਰਾ ਦੇ ਕੇ ਤੇ ਉਹ ਐਡਵਰਟਾਈਜ਼ ਕਰ ਦੇਣਗੇ, ਤਾਂ ਉਹ ਬੜਾ ਵੱਡਾ ਅਟੈਕ ਹੋਊਗਾ ਪੰਜਾਬੀਅਤ ਦੇ ਉੱਤੇ ਕਿ ਵੀ ਵੇਖੋ ਕੇਂਦਰੀਕਰਨ ਨਾਲ ਜਾਂ ਇਹ ਰਾਸ਼ਟਰਵਾਦੀਆਂ ਨੀਤੀਆਂ ਨਾਲ ਤੁਹਾਡੇ ਵਿੱਚ ਇਕਨੋਮਿਕ ਪ੍ਰੋਸਪੈਰਿਟੀ ਆਉਂਦੀ ਆ। ਤਾਂ ਉਹ ਜਿਹੜਾ ਅਟੈਕ ਆ, ਉਸ ਨੈਰੇਟਿਵ ਨੂੰ ਕਿਵੇਂ ਫਾਈਟ ਕਰਨਾ ਹੈ ਕਿ ਅਸੀਂ ਆਪਦਾ ਕਲਚਰ ਸਾਡੇ ਵਾਸਤੇ ਉਨਾ ਹੀ ਇੰਪੋਰਟੈਂਟ ਆ ਜਿੰਨੀ ਸਾਡੀ ਪ੍ਰੋਸਪੈਰਿਟੀ ਆ, ਜਾਂ ਜਿੰਨੀ ਅਸੀਂ ਬਿਹਤਰ ਜੀਵਨ ਜਿਉਣ ਦਾ, ਜਾਂ ਉਹ ਇੱਕ ਪਰਸੈਪਸ਼ਨ ਕ੍ਰੀਏਟ ਕਰ ਦੇਣਗੇ ਵੀ ਅਸੀਂ ਬਹੁਤ ਜਲਦੀ ਇੱਕ ਇਲੈਕਸ਼ਨ, 2 ਇਲੈਕਸ਼ਨਾਂ ਦੇ ਵਿੱਚ ਅਸੀਂ ਬਹੁਤ ਇੱਥੇ ਸੋਹਣੀਆਂ ਸਹੂਲਤਾਂ ਕਰ ਦਾਂਗੇ। ਤਾਂ ਸਾਨੂੰ ਇਹ ਕਿਤੇ ਲੱਗਣ ਲੱਗ ਸਕਦਾ ਸਾਡੇ ਚੋਂ ਬਹੁਤ ਵੱਡੇ ਸੈਕਸ਼ਨ ਨੂੰ ਕਿ ਵੀ ਇਹ ਜਿਹੜੀਆਂ ਪ੍ਰੋਬਲਮ ਹੈ ਸਿਰਫ ਕਰਪਸ਼ਨ ਦੀਆਂ ਪ੍ਰੋਬਲਮ ਸੀਗੀਆਂ, ਭਾਰਤ ਦੀ ਰਾਸ਼ਟਰਵਾਦ ਦੀਆਂ ਜਾਂ ਕੇਂਦਰੀਕਰਨ ਦੀ ਕੋਈ ਦਿੱਕਤ ਨਹੀਂ ਸਾਨੂੰ। ਇਹ ਲੱਗਣ ਲੱਗ ਵੀ ਗਿਆ, ਬੜੇ ਲੋਕਾਂ ਨੂੰ ਕਈ ਗੱਲਾਂ ਤੇ ਲੱਗਦਾ ਹੈ। ਜਿਵੇਂ ਇੱਕ ਜਨਰਲ ਇੱਕ ਪਰਸੈਪਸ਼ਨ ਕ੍ਰੀਏਟ ਹੋਈ ਆ ਕਿ ਵੀ ਜਿਹੜੀ ਆਰਮਡ ਸਟਰਗਲ ਲੜੀ ਉਹ ਤਾਂ ਬੇਕਾਰ ਸੀਗੀ ਜੀ, ਵੇਖੋ ਹੁਣ ਸ਼ਾਂਤਮਈ ਸਟਰਗਲ ਲੜ ਕੇ ਹੀ ਕਿੱਡਾ ਵੱਡਾ ਲੈ ਲਿਆ। ਹਾਲਾਂਕਿ ਲੋਕੀ ਇਹ ਨਹੀਂ ਵੇਖਦੇ ਕਿ ਦੋਨਾਂ ਨੂੰ ਇੱਕ ਦੂਜੇ ਨਾਲ ਕੰਪੇਅਰ ਕਰਨਾ ਬਿਲਕੁਲ ਬੇਵਕੂਫੀ ਹੈਗੀ ਆ। ਉਹ ਤਾਂ ਬਹੁਤ ਵੱਡੀ ਸਟਰਗਲ ਸੀ, ਉਹਦੀ ਇੱਕ ਉਹ ਪਾਇਸ ਸਟਰਗਲ ਸੀ, ਉਹਦਾ ਅਚੀਵਮੈਂਟ ਬਹੁਤ ਵੱਡੀ, ਉਹਦੀ ਮੰਗ ਬਹੁਤ ਵੱਡੀ ਸੀ, ਉਹ ਕਿੱਥੇ ਉਹਦੀ ਡਿਮਾਂਡ, ਜਿੱਥੇ ਉਹਦਾ ਟੀਚਾ ਬਹੁਤ ਵੱਡਾ ਸੀ।
ਸੋ ਇਸ ਤਰੀਕੇ ਦੇ ਨੈਰੇਟਿਵਸ ਤੋਂ ਸਾਨੂੰ ਬਚਣ ਦੀ ਜ਼ਿਆਦਾ ਲੋੜ ਆ। ਰਿਪਰੈਸ਼ਨ ਤੋਂ ਜਾਂ ਉਹਨਾਂ ਚੀਜ਼ਾਂ ਦਾ ਤਾਂ ਮੇਰਾ ਖਿਆਲ ਜਿੰਨਾ ਕੁ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਿਪਰੈਸਿਵ ਹੋਊਗੀ, ਉਹ ਕੈਪਟਨ ਸਾਹਿਬ ਦੀ ਵੀ ਸਰਕਾਰ ਵੀ ਉਨੀ ਕੁ ਰਿਪਰੈਸਿਵ ਰਹੀ ਹੈ। ਤੇ ਵੱਡੀ ਗੱਲ ਆ, ਪੰਥਕ ਸਰਕਾਰ ਬਾਦਲਾਂ ਵਾਲੀ ਉਦੋਂ ਵੀ ਵੱਧ ਰਿਪਰੈਸਿਵ ਰਹੀ ਹੈ। ਸੋ ਰਿਪਰੈਸ਼ਨ ਵਾਲੇ ਪਾਸਿਓਂ ਮੇਰਾ ਖਿਆਲ ਆਪਾਂ ਨੂੰ ਡਰਨ ਦੀ ਲੋੜ। ਜਿਹੜਾ ਡਰ ਆ ਉਹ ਆ ਸਾਨੂੰ ਮਿੱਠੇ ਜ਼ਹਿਰ ਤੋਂ, ਕਿ ਸਾਡਾ ਨੈਰੇਟਿਵ ਨਾ ਬਦਲ ਦੇਣ ਹੇਠਾਂ ਤੱਕ, ਲੋਕਾਂ 'ਚ ਇਹ ਨਾ ਹੋ ਜਾਏ ਕਿ ਵੀ ਮਸਲਾ ਸਿਰਫ ਕਰਪਸ਼ਨ ਦਾ ਸੀ, ਬਾਦਲਾਂ ਤੱਕ ਜਾਂ ਕੈਪਟਨਾਂ ਤੱਕ ਜਾਂ ਰਾਣੇ ਸੋਢੀਆਂ ਤੱਕ ਹੀ ਸੀਮਤ ਸੀਗਾ। ਇਹ ਤਾਂ ਐਵੇਂ ਹੀ ਆਪਾਂ ਨੂੰ ਕ੍ਰੀਏਟ ਕਰਕੇ ਉਹਨੂੰ ਕੇਂਦਰੀਕਰਨ ਦਾ ਜਾਂ ਰਾਸ਼ਟਰਵਾਦ ਦੇ ਨੈਰੇਟਿਵ ਨੂੰ ਹੀ ਖਤਮ। ਹਾਂਜੀ, ਇਸ ਤੋਂ ਅਸੀਂ ਅੱਗੇ ਆਉਂਦੇ ਹਾਂ ਕਾਂਗਰਸ ਦੇ ਜੋ ਹਾਲਾਤ ਬਣੇ ਨੇ ਇਹਦੇ ਉੱਪਰ ਗੱਲ ਕਰਦੇ ਹਾਂ। ਕੀ ਕਾਰਨ ਰਹੇ ਹੋ ਸਕਦੇ ਆ? ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਕਰਨ ਦਾ ਜਿਹੜਾ ਆ ਤਰੀਕਾ ਆ, ਜਾਂ ਇਹਨਾਂ ਦੀ ਆਪਸੀ ਫੁੱਟ ਵਾ, ਮਤਲਬ ਕੀ ਕਾਰਨ ਹੋ ਸਕਦੇ ਕਾਂਗਰਸ ਦੇ ਇੰਨੀ ਬੁਰੀ ਤਰ੍ਹਾਂ ਹਾਰਨੇ, ਇਵਨ ਕਿ ਕੈਬਨਿਟ ਮਿਨਿਸਟਰਸ ਦਾ ਵੀ ਹਾਰ ਜਾਣਾ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਲੋਕਾਂ ਨੇ ਕੈਪਟਨ ਸਾਹਿਬ ਨੂੰ ਉਸ ਸਮੇਂ ਮੈਂਡੇਟ ਦਿੱਤਾ ਸੀ, ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਇੱਧਰ ਤਾਂ ਲਿਆਂਦਾ ਸੀਗਾ ਕਿ ਕਿਤੇ ਨਾ ਕਿਤੇ ਅਕਾਲੀਆਂ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ ਧੱਬੇ ਸੀ। ਤਾਂ ਕਰਪਸ਼ਨ ਦੇ, ਇੱਕ ਨਿੱਜੀ ਜਾਇਦਾਦਾਂ ਦਾ ਇਕੱਠੇ ਕਰਨ ਤੇ, ਇੱਕ ਬੇਅਦਬੀ ਦਾ ਇਸ਼ੂ ਸੀ, ਇੱਕ ਨਸ਼ਿਆਂ ਦਾ ਇਸ਼ੂ ਸੀ। ਤਾਂ ਅਲਟੀਮੇਟਲੀ ਲੋਕਾਂ ਦੇ ਸਾਹਮਣੇ ਕਾਂਗਰਸ ਦੇ ਆਪਦੇ ਵਕਤਾਈ ਜਿਵੇਂ ਨਵਜੋਤ ਸਿੱਧੂ ਜਾਂ ਆਪਦੇ ਬੰਦਿਆਂ ਦੇ ਕਹਿਣ ਤੇ ਹੀ ਇਹ ਇੱਕ ਬਣ ਗਿਆ ਕਿ ਵੀ ਇਹ ਤਾਂ 75-25 ਦੀ ਸਰਕਾਰ ਸੀ। ਇਹ ਤਾਂ ਮਤਲਬ ਜਿਵੇਂ ਕਿ ਵੀ ਮਿਲ ਜੁਲ ਕੇ ਚੱਲ ਰਹੇ ਸੀ। ਕੈਪਟਨ ਸਾਹਿਬ ਨੇ ਕੀਤਾ ਵੀ ਕੁਛ ਨਹੀਂ ਉਹਨਾਂ ਮੁੱਦਿਆਂ ਤੇ, ਜਿਹੜੇ ਕੁਛ ਆਸਪੈਕਟਸ ਦੇ ਵਿੱਚ ਸਪੈਸ਼ਲੀ ਜਿਵੇਂ ਫਾਈਨੈਂਸ ਦੇ ਵਿੱਚ ਉਹਨਾਂ ਨੇ ਕੁਛ ਕੀਤਾ ਸੀ ਤਾਂ ਉਹਦੇ ਬਾਰੇ ਉਹ ਦੱਸ ਨਹੀਂ ਸਕੇ। ਦੂਜਾ ਜਿਹੜਾ ਉਹਨਾਂ ਦਾ ਆਪਦਾ ਹੀ ਫਾਈਨੈਂਸ ਮਿਨਿਸਟਰ ਸੀ, ਉਹ ਲੋਕਾਂ ਨੂੰ ਮੇਰਾ ਖਿਆਲ ਫਾਈਨਾਂਸ ਦੀ ਪ੍ਰੋਬਲਮ ਘੱਟ ਦੱਸਦਾ ਸੀ, ਡਿਮੋਰਲਾਈਜ਼ ਜ਼ਿਆਦਾ ਕਰਦਾ ਸੀਗਾ। ਜਿਵੇਂ ਐਜ਼ ਇਫ ਕਿ ਵੀ ਇਹ ਸਾਰਾ ਦਿਨ ਭਜਾਈ ਦੇਣਾ ਵੀ ਆਪਾਂ ਤਾਂ ਨੰਗ ਧੋਖੀ ਵੀ ਭੱਜ ਜੋ ਇੱਥੋਂ, ਠੀਕ ਹੈ। ਮਤਲਬ ਉਸ ਆਦਮੀ ਨੇ ਜਿੰਨਾ ਡਿਮੋਰਲਾਈਜੇਸ਼ਨ ਸੈਟਅਪ ਕੀਤੀ ਪਿਛਲੇ 5 ਸਾਲਾਂ 'ਚ ਪੰਜਾਬ 'ਚ, ਉਹ ਜ਼ਰੂਰੀ ਨਹੀਂ ਸੀ, ਡਿਮੋਰਲਾਈਜ਼ ਹੋਣ ਦੀ ਜ਼ਰੂਰ ਲੋੜ ਨਹੀਂ ਸੀ। ਵੀ ਠੀਕ ਹੈ, ਖਜ਼ਾਨਾ ਖਾਲੀ ਦਾ ਕੀ ਮਤਲਬ ਹੋਇਆ? ਤਾਂ ਰੈਵਨਿਊ ਆਉਣਾ ਜਾਣਾ ਹੀ ਆ, ਵੀ ਇਹ ਕਹੋ ਵੀ ਡੈਫਿਸਿਟ ਹੈਗਾ, ਵੀ ਉਹ ਮਿਲ ਜੂਗਾ ਤੁਹਾਨੂੰ ਕਿਤੋਂ ਜਾਂ ਕਰ ਲਾਂਗੇ ਪੂਰਾ। ਇਹ ਮਤਲਬ ਜਿਹੜਾ ਉਹਨੇ ਮਾਹੌਲ, ਉਹਨਾਂ ਨੇ ਇੱਕ ਨਮੋਸ਼ੀ ਦਾ ਮਾਹੌਲ, ਤੇ ਜਿਵੇਂ ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂਗਾ ਤੇ ਉਹਦਾ ਉਹ ਕ੍ਰੀਏਟ ਕਰਤਾ, ਉਹਦਾ ਖਮਿਆਜ਼ਾ ਉਹਨਾਂ ਨੇ ਭੁਗਤਿਆ। ਫਿਰ ਉਹ ਜਦੋਂ ਉਹਨੂੰ ਰੈਕਟੀਫਾਈ ਕਰਨ ਲੱਗੇ ਤਾਂ ਜਿਹੜੀ ਉਹ ਲੜਾਈ, ਸੈਕਿੰਡ ਜਿਹੜਾ ਉਹਨਾਂ ਨੇ ਪੱਤਾ ਖੇਡਿਆ, ਜਿਹਨੂੰ ਮੈਂ ਵੀ ਬਹੁਤ ਮਿਸਜੱਜ ਕੀਤਾ, ਮੈਂ ਮੰਨਦਾ, ਮਤਲਬ ਮੈਂ ਆਪ ਫੀਲ ਕਰਦਾ, ਮਤਲਬ ਉਹ ਆ ਕਿ ਪੰਜਾਬ ਦੇ ਵਿੱਚ ਜਾਤ ਪਾਤ ਉਹ ਆਸਪੈਕਟ ਨਹੀਂ ਗਾ ਜਿਵੇਂ ਗੰਗਾ ਜਮਨਾ ਤਹਿਜ਼ੀਬ ਦਾ ਹੈ। ਉਹ ਮਿਸਰੀਡਿੰਗ ਜਿਹੜੀ ਕੀਤੀ ਹੈ, ਇਹ ਗੁਰੂਆਂ ਦੀ ਧਰਤੀ ਹੈ, ਇੱਥੇ ਆਪਾਂ ਲੋਕ ਜਾਤ ਨੂੰ ਉਸ ਆਸਪੈਕਟ ਨਾਲ ਨਹੀਂ ਵੇਖਦੇ, ਠੀਕ ਹੈ ਜੀ, ਉਸ ਤਰੀਕੇ ਨਾਲ ਨਹੀਂ ਵੇਖਦੇ। ਜਿਹੜੇ ਲੋਕ ਆਪਣਾ ਮਾਰਜਨਲਾਈਜ਼ ਸੈਕਸ਼ਨਸ ਜਿਹੜੇ ਹੁਣ ਬਣਾ ਦਿੱਤੇ ਗਏ ਆ, ਉਹ ਵੀ ਉਵੇਂ ਨਹੀਂ ਪਰਸੀਵ ਕਰਦੇ ਆ। ਬਟ ਕਲੀਅਰ ਹੋ ਗਿਆ ਕਿ ਉਹਨਾਂ ਨੂੰ ਆਪਦੇ ਬੰਦੇ ਨਾਲ ਮਤਲਬ ਨਹੀਂ ਸੀ, ਉਹਨਾਂ ਨੂੰ ਗੁੱਡ ਗਵਰਨੈਂਸ ਨਾਲ ਮਤਲਬ ਸੀ, ਜਾਂ ਉਹਨਾਂ ਨੂੰ ਇਹ ਸੀਗਾ ਕਿ ਇੱਕ ਵਾਰੀ ਨਲਾਇਕਾਂ ਨੂੰ ਮਗਰੋਂ ਲਾਓ। ਸੋ ਕਾਂਗਰਸ ਦਾ ਤਾਂ ਇਹ ਰੀਜ਼ਨ ਆ ਕਿ ਉਹਨਾਂ ਨੇ ਜਿਸ ਤਰੀਕੇ ਦਾ ਨੈਰੇਟਿਵ ਸਿਰ 'ਚ ਤਾਂ ਆਪਦੀ ਸਰਕਾਰ ਦੇ ਅਗੇਂਸਟ ਹੀ, ਜਿਸ ਤਰੀਕੇ ਨਾਲ ਉਹਨਾਂ ਨੇ ਦਲਿਤ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਇਮੋਸ਼ਨਲ ਲੈਵਲ ਤੇ, ਉਹ ਨਹੀਂ ਚੱਲਿਆ। ਫਿਰ ਜਿਹੜਾ ਦਲਿਤ ਉਹਨਾਂ ਨੇ ਲਿਆਂਦਾ, ਉਹਦੇ ਤੇ ਜੋ ਛਾਪਾ ਪਿਆ, ਉਹਦੇ ਬੱਚਿਆਂ ਦੀਆਂ ਜੀ ਵੈਗਨ ਕਾਰਾਂ 2.5 3 ਕਰੋੜ ਦੀਆਂ, ਉਹ ਕਿਹੜੇ ਪਾਸਿਓਂ ਉਹਨਾਂ ਨੂੰ ਲੱਗਿਆ ਕਿ ਮਾਰਜਨਲਾਈਜ਼ਡ ਆ। ਫਿਰ ਦਲਿਤ ਇੱਕ ਮੋਨੋਲਿਥ ਕਲਾਸ ਨਹੀਂ ਗਏ, ਹਨਾ, ਉਹਦੇ 'ਚ ਮਜਬੀ ਸਿੰਘ ਅੱਡ ਹੈਗੇ ਆ, ਵਾਲਮੀਕੀ ਅੱਡ ਆ, ਦੂਜੀ ਅੱਡ ਆ, ਉਹਨਾਂ ਦੀ ਆਪਦੀਆਂ ਫਾਲਟ ਲਾਈਨਸ ਹੈਗੀਆਂ। ਸੋ ਇਹਨਾਂ ਕਰਕੇ ਕਾਂਗਰਸ ਦਾ ਤਾਂ ਇਹ ਕਹਿ ਸਕਦੇ ਹਾਂ ਵੀ ਟੋਟਲ ਐਕਟ ਹੀ ਨਹੀਂ ਟੇਕ ਆਫ ਕਰ ਸਕੇ। ਹਾਂਜੀ, ਇਸ ਤੋਂ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਦੀ ਟਿਕਟ ਡਿਸਟ੍ਰੀਬਿਊਸ਼ਨ ਕੀਤੀ ਆ, ਉਹ ਵੀ ਇੱਕ ਵੱਡਾ ਕਾਰਨ ਰਿਹਾ ਹੋ ਸਕਦਾ ਆ। ਉਸ ਤੋਂ ਅੱਗੇ ਆਪਾਂ ਆਉਂਦੇ ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਤੇ। ਇਨਕੰਬੈਂਸੀ ਐਂਟੀ ਇਨਕੰਬੈਂਸੀ ਤਾਂ ਸਮਝ ਆਉਂਦੀ ਆ, ਪਰ ਹਾਰਨ ਤੋਂ ਬਾਅਦ ਇੱਕ ਵਾਰ ਫਿਰ ਐਂਟੀ ਇਨਕੰਬੈਂਸੀ ਦਾ ਸਾਹਮਣਾ ਕਰਨਾ ਪਵੇ ਤਾਂ ਮਤਲਬ ਉਹ ਇੱਕ ਹੈਰਾਨੀਜਨਕ ਗੱਲ ਆ। ਦੂਸਰੀ ਗੱਲ ਕਿ ਉਹ ਆਪਣੇ ਆਪ ਨੂੰ ਇੱਕ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦੇ ਆ ਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਰੂਲ ਕਰ ਰਹੇ ਆ, ਉਹਦਾ ਵੀ ਉਹਨਾਂ ਨੂੰ ਉਹ ਮੈਨੂੰ ਲੱਗਦਾ ਕਿ ਖਮਿਆਜਾ ਜਿਹੜਾ ਆ ਭੁਗਤਣਾ ਪਿਆ। ਕੀ ਕਾਰਨ ਹੋ ਸਕਦੇ ਕੁੱਲ ਮਿਲਾ ਕੇ ਇੰਨੀ ਬੁਰੀ ਹਾਲਤ? 18% ਵੋਟਾਂ, ਉਹ ਅਕਾਲੀ ਦਲ ਜਿਹੜਾ ਕਦੇ ਕਿਸੇ ਸਮੇਂ ਦਾਅਵਾ ਕਰਦਾ ਸੀ ਕਿ ਪੰਜਾਬ ਦੇ ਹੋਣੀ ਦੇ ਜਿਹੜੇ ਵਾਰਸ ਆ ਜਾਂ ਕੁਝ ਵੀ ਕਰਨ ਦਾ ਹੱਕ ਜਿਹੜਾ ਅਕਾਲੀ ਦਲ ਕੋਲ, ਕੀ ਕਾਰਨ? ਇਹ ਤਾਂ ਆਪਾਂ ਨੂੰ ਬਹੁਤ ਹੀ ਧਿਆਨ ਨਾਲ ਸੋਚਣਾ ਚਾਹੀਦਾ। ਤੁਸੀਂ ਇਹ ਵੇਖੋ ਕਿ ਇੱਕ ਆਦਮੀ ਜਿਹਨੂੰ ਆਪਾਂ ਕਹਿੰਦੇ ਵੀ RSS ਦਾ ਏਜੰਟ, ਹਨਾ, ਇੱਕ ਉਹ ਪਾਰਟੀ ਜਿਹੜੀ ਅਸੀਂ ਕਹਿੰਦੇ ਸਿੱਖਾਂ ਦੇ ਉਲਟਾ, ਇੱਕ ਉਹ ਪਾਰਟੀ ਜਿਹੜੀ ਸਾਡੇ ਬੰਦਿਆਂ ਨੂੰ ਨਹੀਂ ਛੱਡ ਰਹੀ। ਸਾਰਾ ਸਿੱਖ ਸਮਾਜ, ਪਿੰਡੂ ਸਮਾਜ ਤਕਰੀਬਨ ਉਸ ਨੂੰ ਵੋਟਾਂ 'ਚ ਭੁਗਤ ਗਿਆ, ਠੀਕ ਹੈ ਜੀ। ਇਹ ਬਹੁਤ ਇਹ ਰਿਫਲੈਕਸ਼ਨ ਅਕਾਲੀ ਦਲ ਨੂੰ ਬੈਠ ਕੇ ਆਪਦੇ ਤੇ ਕਰਨੀ ਚਾਹੀਦੀ ਆ। ਪਰ ਜਦੋਂ ਆਪਾਂ ਨੂੰ ਆਬਜੈਕਟਿਵਲੀ ਵੇਖਦੇ ਆ ਤਾਂ ਇਹ ਚੀਜ਼ ਆ ਰਹੀ ਸੀ। ਮਤਲਬ ਅਕਾਲੀ ਦਲ ਦੀ ਜਿਹੜੀ ਪ੍ਰੋਬਲਮ ਆ ਉਹ ਆ ਕਿ ਵੀ ਇਲੈਕਸ਼ਨ ਨੂੰ ਉਹ ਮੈਨੇਜਮੈਂਟ ਦਾ ਜੋ ਰੂਪ ਦੇਣ ਲੱਗੇ ਨਾ, ਕਿ ਮੈਨੇਜ ਹੋ ਜਾਊਗਾ।
ਇਹ ਮੈਨੇਜ ਹੋਣ ਵਾਲੀ ਪਾਰਟੀ ਨਹੀਂ ਸੀ ਅਕਾਲੀ ਦਲ ਦਾ ਜਿਹੜਾ ਵਰਕਰ ਹੁੰਦਾ ਸੀ ਉਹ ਮੈਨੇਜ ਥੋੜਾ ਕਰਦਾ ਸੀਗਾ, ਉਹ ਤਾਂ ਆਦਾ ਸਿਰ ਧਰਤੀ ਬਾਜੀ ਲਾ ਦਿੰਦਾ ਸੀ, ਆ ਜਾਂਦਾ ਸੀ। ਠੀਕ ਆ, ਉਹ ਜਿਹੜਾ ਉਹਨੇ ਆਸਪੈਕਟ ਇਸ ਪਰਿਵਾਰ ਨੇ ਤੇ ਇਸ ਟੱਬਰ ਦੇ ਨਾਲ ਰਲ ਕੇ ਕੁਝ ਲੋਕਾਂ ਨੇ ਖਤਮ ਕੀਤਾ। ਉਹ ਹੌਲੀ ਹੌਲੀ ਉਹਦਾ 100 ਸਾਲ ਪੁਰਾਣੀ ਪਾਰਟੀ ਸੀ, ਜਦੋਂ ਉਹਨੂੰ ਡੇਗਣ ਲੱਗੇ ਤਾਂ ਉਹਨੂੰ ਫਿਰ ਵੀ 10 ਸਾਲ ਲੱਗੇ ਡਿੱਗਦੇ, ਤੇ ਡਿੱਗਣੀ ਉਹ 2012 ਚ ਸ਼ੁਰੂ ਹੋ ਗਈ ਸੀ, ਜਦੋਂ ਇਹ ਕਿਹਾ ਕਿ ਐਤਕੀ ਵਾਰ ਬਾਦਲ ਸਾਹਿਬ ਨੇ ਇਲੈਕਸ਼ਨ ਮੈਨੇਜ ਕਰ ਲਏ। ਮੈਨੇਜ ਕਰਨ ਦਾ ਇਹ ਮਤਲਬ ਹੈ ਵੀ ਚੀਜ਼ ਹੱਥੋਂ ਜਾ ਰਹੀ ਸੀ, ਉਹਨੂੰ ਤਰੀਕੇ ਨਾਲ ਸਮੇਟ ਕੇ ਲੈ ਆਂਦੀ। ਅਗਲੀ ਵਾਰ ਉਹ ਮੈਨੇਜ ਨਹੀਂ ਹੋਏ, ਉਦੋਂ ਬਾਅਦ ਤੀਜੀ ਵਾਰ ਉਹ ਮੈਨੇਜਮੈਂਟ ਬਿਲਕੁਲ ਨਹੀਂ ਹੋਈ, ਬਿਕੋਜ਼ ਉਹਦੇ ਬੁਨਿਆਦੀ ਫਾਲਟ ਲਾਈਕ ਪ੍ਰੋਬਲਮਸ ਤਾਂ ਸੀ। ਹੁਣ ਉਹ ਬੁਨਿਆਦੀ ਪ੍ਰੋਬਲਮਸ ਕੀ ਆ? ਪਹਿਲੀ ਗੱਲ ਤਾਂ ਅਕਾਲੀ ਦਲ ਦਾ ਜਿਹੜਾ ਕੋਰ ਗਰੁੱਪ ਆ, ਜਿਹਦੇ ਤੇ ਉਹ ਕੋਰ ਤੇ ਖੜਾ, ਉਹ ਪੰਥਕ ਕੋਰ ਸੀ, ਉਹ ਪੰਥ ਦੇ ਸਹਾਰੇ ਚੱਲਦਾ ਸੀ। ਉਹ ਪੰਥ ਜਿਹੜਾ ਸੀ ਉਹਦੇ ਅੰਦਰ ਕੁਰਬਾਨੀ ਦਾ ਜਜ਼ਬਾ ਸੀ, ਉਹਦੇ ਚੋਂ ਜੇਲਾਂ ਕੱਟਣਾ, ਕੁਛ ਕਰਨਾ, ਸਟਰਗਲ ਦੀ ਜਿਹੜੀ ਉਹ ਕੋਰ ਨੂੰ ਹਿੱਲਣ ਨਹੀਂ ਦਿੰਦੇ ਸੀਗੇ। ਲੋਕੀ ਇਹ ਕਹਿੰਦੇ ਸੀਗੇ ਕਿ ਜੀ ਬਾਬੇ ਨਾਨਕ ਦੀ ਤੱਕੜੀ ਨੂੰ ਹੀ ਵੋਟ ਪਾਉਣੀ ਆ, ਪੰਥ ਨੂੰ ਵੋਟ ਪਾਉਣੀ ਆ। ਉੱਥੇ ਫੇਸ ਨਹੀਂ ਸੀਗਾ ਕਿਸੇ ਦਾ, ਕਿਸੇ ਇੱਕ ਬੰਦੇ ਨੂੰ ਵੋਟ ਨਹੀਂ ਪੈਂਦੀ ਸੀ, ਪੰਥ ਨੂੰ ਵੋਟ ਪੈਂਦੀ ਸੀਗੀ। ਹੁਣ ਉਹ ਟ੍ਰਾਂਜੀਸ਼ਨ ਇਹਨਾਂ ਨੇ ਕਰਤੀ ਕਿ ਇੱਕ ਬੰਦੇ ਨੂੰ ਕਲਟ ਫਿਗਰ ਵਾਂਗੂ ਬਣਾਉਣਾ ਸ਼ੁਰੂ ਕਰਤਾ, ਇੱਕ ਬੰਦੇ ਦੀ ਭਗਤੀ ਸ਼ੁਰੂ ਹੋ ਗਈ, ਤਾਂ ਨੈਚੁਰਲੀ ਆ ਪੰਥ ਦਾ ਫੈਕਟਰ ਡਿਲੂਟ ਹੋ ਗਿਆ ਨਵੀਂ ਜਨਰੇਸ਼ਨ ਦੇ ਵਿੱਚ ਆ। ਦੂਸਰੀ ਗੱਲ, ਪੰਥ ਦਾ ਫੈਕਟਰ ਹੀ ਨਹੀਂ ਡਿਲੂਟ ਹੋਇਆ, ਇਹ ਪੰਥ ਦੋਖੀ ਵੀ ਹੋਰ ਨਿਬੜੇ। ਜਦੋਂ ਵੇਖੋ 2 ਸਾਲ 2.5 ਸਾਲ ਲਗਾਤਾਰ ਡੇਰੇ ਵਾਲਿਆਂ ਦੀ ਸਪੋਰਟ ਹੁੰਦੀ ਰਹੀ ਮਾਲਵੇ ਦੇ ਵਿੱਚ, ਤਾਂ ਲੋਕਾਂ ਦੇ ਮਨਾਂ 'ਚ ਇਹ ਹੋ ਗਿਆ ਕਿ ਵੀ ਇਹ ਤਾਂ ਸਾਨੂੰ ਖਰਾਬ ਕਰਦੇ ਆ ਤੇ ਡੇਰੇ ਦੀ ਸਪੋਰਟ ਕਰਦੇ। ਤਾਂ ਇੱਕ ਇਹ ਵੀ ਉਹਨਾਂ ਦੇ ਅਵਚੇਤਨ ਮਨ 'ਚ ਇਹ ਆ ਗਿਆ ਕਿ ਵੀ ਇਹ ਸਾਰਾ ਕੁਝ ਕਰ ਤਾਂ ਰਾਜਨੀਤਿਕ ਲਾਹੇ ਲਈ ਕਰ ਰਹੇ ਆ ਨਾ, ਸਾਰਾ ਕੁਝ ਉਹਦੇ ਲਈ ਕਰ ਰਹੇ ਆ। ਤਾਂ ਪੰਥ ਦੋਖੀ ਵੀ ਹੋ ਗਏ, ਪੰਥ ਦੇ ਮਨ 'ਚ ਵੀ ਆ ਗਿਆ ਕਿ ਇਹਨਾਂ ਨੂੰ ਲਾਓ। ਫਿਰ ਇੱਕ ਫਾਈਨਲ ਜਿਹੜਾ ਝਟਕਾ ਵੱਜਿਆ, ਦੂਜਾ ਜਿਹੜਾ ਆਇਆ, ਉਹ ਆਇਆ ਵੀ ਦੂਜੀ ਰੀੜ ਦੀ ਹੱਡੀ ਜਿਹੜੀ ਸੀਗੀ ਉਹ ਸੀ ਕਿਸਾਨੀ। ਕਿਸਾਨੀ ਜਿਹੜੀ ਸੀਗੀ ਉਹ ਫਿਰ ਵੀ ਨਾਲ ਖੜੀ ਸੀਗੀ, ਤੇ ਕਿਸਾਨੀ ਦੀ ਵੋਟ ਇਹ ਸੀਗੀ ਕਿ ਕੁਝ ਲੋਕ ਸਾਰੇ ਉਸ ਲੈਵਲ ਦੇ ਪੰਥਕ ਨਹੀਂ ਹੁੰਦੇ ਜਾਂ ਉਵੇਂ ਨਹੀਂ ਸੋਚਦੇ ਫਿਰ ਵੀ ਚਲੋ ਜੀ ਬਾਦਲ ਸਾਹਿਬ ਕਿਸਾਨਾਂ ਦੇ ਨੇਤਾ ਤਾਂ ਹੈ, ਸਾਡਾ ਭਲਾ ਤਾਂ ਕੀਤਾ, ਕੋਈ ਫੋਕਲ ਪੁਆਇੰਟ ਤਾਂ ਬਣਾਏ ਆ। ਪਰ ਜਦੋਂ ਇਹਨਾਂ 3 ਕਾਨੂੰਨਾਂ ਦੇ ਉੱਤੇ ਆ ਕੇ ਉਹਨਾਂ ਨੇ ਇਹਦਾ ਨਿੱਜੀ ਮੁਫਾਦ ਵੇਖੇ ਤੇ ਕਿਸਾਨੀ ਤੋਂ ਵੀ ਹਟ ਗਏ, ਤਾਂ ਉਹ ਦੂਜਾ ਇੱਕ ਪਿਲਰ ਟੇਕ ਗਿਆ। ਫਿਰ ਲਗਾਤਾਰ ਆਪਾਂ ਵੇਖਿਆ ਕਿ ਜਿਹੜੇ ਗੱਲਾਂ ਕਰਕੇ ਆਪਣਾ ਅਕਾਲੀ ਜਾਣੇ ਜਾਂਦੇ ਸੀਗੇ, ਜਿਵੇਂ ਫੈਡਰਲ ਢਾਂਚੇ ਦੀ ਗੱਲ ਕਰਦੇ ਸੀ, ਉਹਨਾਂ ਤੋਂ ਵੀ ਪਾਸੇ ਹੋ ਗਏ ਹੈ। ਫਿਰ ਉੱਥੇ ਉਲਟ ਭੁਗਤ ਗਏ, ਕਸ਼ਮੀਰ ਵਾਲੇ ਇਸ਼ੂ 'ਚ ਉਲਟ ਭੁਗਤ ਗਏ। ਮਤਲਬ ਹਰ ਗੱਲ ਤੇ ਉਹ ਹੌਲੀ ਹੌਲੀ ਉਹ ਛਿਲਦੀ ਗਈ। ਦੂਸਰੀਆਂ 2 ਚੀਜ਼ਾਂ ਜਿਹੜੀਆਂ ਤੇ ਉਹ ਖੜੀ ਸੀਗੀ ਪਾਰਟੀ, ਉਹ ਖੜੀ ਸੀ ਜਿਹੜੀ ਦਲਿਤਾਂ ਵਾਸਤੇ। ਦਲਿਤ ਜਨਰਲੀ ਕਾਂਗਰਸ ਨੂੰ ਵੋਟ ਕਰਦੇ ਸੀ, ਤਾਂ ਆਟਾ ਦਾਲ ਸਕੀਮ ਲਿਆ ਕੇ ਉਹਨਾਂ ਨੇ ਦਲਿਤਾਂ ਨੂੰ ਆਪਦੇ ਹੱਕ 'ਚ ਥੋੜੀ ਦੇਰ ਕੀਤਾ, ਪਰ ਉਹ ਜ਼ਿਆਦਾ ਦੇਰ ਨਹੀਂ ਰਿਹਾ, ਕਿਉਂਕਿ ਉਹ ਤਾਂ ਇੱਕ ਸੇਲਸ ਪ੍ਰਮੋਸ਼ਨ ਹੁੰਦੀ ਆ ਨਾ, ਮਤਲਬ ਤੁਸੀਂ ਖਰੀਦ ਰਹੇ ਹੋ ਇੱਕ ਤਰ੍ਹਾਂ ਵੋਟ ਨੂੰ, ਤਾਂ ਉਹ ਦੂਜਾ ਵੱਡਾ ਖਰੀਦਦਾਰ ਆ ਜਾਂਦਾ। ਤੇ ਉਹ ਦੂਸਰਾ ਜਿਹੜਾ ਚੌਥਾ ਸੀਗਾ, ਉਹ ਥੰਬ ਸੀ ਉਹਨਾਂ ਦਾ ਬੀਜੇਪੀ ਨਾਲ, ਜਿਹੜੀ ਹਿੰਦੂ ਵੋਟ ਉਹਨਾਂ ਨੂੰ ਭੁਗਤਦੀ ਸੀ। 2019 ਦੇ ਇਲੈਕਸ਼ਨਾਂ 'ਚ ਮੈਂ ਵੇਖਿਆ, ਮੈਂ ਫਿਗਰਸ ਕੱਢੇ ਸੀ ਕਿ ਜਦੋਂ ਸ਼ਹਿਰ ਆ ਜਾਂਦੇ ਸੀ ਤਾਂ ਵੋਟ ਵੱਧ ਜਾਂਦੀ ਸੀ ਲੋਕ ਸਭਾ ਦੇ ਵਿੱਚ, ਤੇ ਜਦੋਂ ਸ਼ਹਿਰ 'ਚੋਂ ਨਿਕਲਦੇ ਸੀ ਪਿੰਡਾਂ ਲਾਉਂਦੇ ਸੀ ਤੇ ਸ਼ਹਿਰ ਵੋਟ 15% ਹੀ ਰਹਿ ਜਾਂਦੀ ਸੀ ਅਕਾਲੀ ਦਲ ਨੂੰ। ਮੈਂ ਉਦੋਂ ਹੀ ਇਹ ਅੰਦਾਜ਼ਾ ਲਾ ਲਿਆ ਸੀਗਾ ਕਿ ਵੀ ਇਹ 12-15% ਤੇ ਆ ਕੇ ਡਿੱਗ ਜਾਣਗੇ ਜੇ ਬੀਜੇਪੀ ਇਹਨਾਂ ਦੇ ਸਾਥ ਛੱਡ ਗਿਆ ਇਹਨਾਂ। ਤੇ ਉਹੀ ਗੱਲ ਹੋਈ, ਅੱਜ 18% ਤੇ ਆ, ਪਰ ਮੇਰਾ ਖਿਆਲ ਜੋ ਹਾਲਾਤ ਆ, ਜੇ ਐਕਚੁਅਲੀ ਪੋਲ ਅੱਜ ਇਹਨਾਂ ਹਾਲਾਤਾਂ ਨੂੰ ਵੇਖ ਕੇ ਹੋ ਜਾਣ ਤਾਂ ਸ਼ਾਇਦ 12% ਤੇ ਰਹਿ ਜਾਣ। ਸੋ ਇਹ ਰੀਜ਼ਨ ਆ ਜਿਹਦੇ ਕਰਕੇ ਅਕਾਲੀ ਦਲ ਬਾਦਲ ਦਾ ਨਮੋਸ਼ੀ ਹੋਈ ਆ। ਉਹਦਾ ਕਾਰਨ ਹੀ ਇਹ ਹੈ ਕਿ ਉਹ ਪੰਥ ਤੋਂ ਮੁਨਕਰ ਹੋਈ। ਫਿਰ ਬੇਅਦਬੀ ਵਰਗੇ ਇਸ਼ੂਜ਼ ਦਾ ਕੋਈ ਉਹਨਾਂ ਨੇ ਸਮਾਧਾਨ ਨਹੀਂ ਕੀਤਾ। ਉਹਨਾਂ ਨੇ ਉਹਦੇ ਤੇ ਆਪਦੇ ਤੇ ਨਹੀਂ ਲਿਆਂਦੀ ਗੱਲ ਕਿ ਵੀ ਅਸੀਂ ਕਿੱਥੇ ਦੋਸ਼ੀ ਆ। ਜੇ ਉਹਦਾ ਪੇਪਰ ਹੀ ਛਾਪ ਦਿੰਦੇ ਤੇ ਗਲ 'ਚ ਪੱਲਾ ਪਾ ਕੇ ਦਰਬਾਰ ਸਾਹਿਬ ਖੜ ਜਾਂਦੇ ਜਾ ਕੇ ਕਿ ਵੀ ਇੱਥੇ ਸਾਡੀ ਗਲਤੀ ਆਹ ਸੀਗੀ। ਦੇਖੋ, ਜੋ ਉਹਨਾਂ ਦੀ ਗਲਤੀ ਆ ਉਹ ਬਿਲਕੁਲ ਆਪ ਹੀ ਮੋਰਲ ਕਰੈਕਟਰ ਵਾਂਗੂ ਦੱਸਦੇ ਤਾਂ ਪੰਥ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਸਪੇਸ ਫਿਰ ਵੀ ਦਿੰਦਾ। ਪਰ ਜਦੋਂ ਤੁਸੀਂ ਬਿਲਕੁਲ ਆਪਦੇ ਸਟੈਂਡ ਤੇ ਖੜੇ ਹੋ ਤਾਂ ਲੋਕਾਂ ਨੇ ਸਜ਼ਾ ਤਾਂ ਦੇਣੀ ਸੀਗੀ। ਉਹਨਾਂ ਨੇ ਰਾਜਨੀਤਿਕ ਲਾਹੇ ਵਾਸਤੇ ਡੇਰੇ ਨੂੰ ਸਪੋਰਟ ਕੀਤੀ ਸੀ। ਲੋਕਾਂ ਨੇ ਕਹਿਤਾ ਕਿ ਇਸੇ ਕਰਕੇ ਕਰਦੇ ਸੀ ਨਾ, ਤਾਂ ਆ ਲੋ ਚੱਕੋ ਫਿਰ। ਹੁਣ ਅਖੀਰ ਤੇ ਅਸੀਂ ਆਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ। ਜਿਵੇਂ ਬਾਈ ਦੀਪ ਸਿੱਧੂ ਨੇ ਪ੍ਰਚਾਰ ਕੀਤਾ ਮਾਨ ਵਾਸਤੇ, ਆਪਾਂ ਦੇਖਦੇ ਹਾਂ ਕਿ ਪਿਛਲੇ 20-30 ਸਾਲਾਂ ਤੋਂ ਉਵੇਂ ਉਹ ਡਿਸਕਸ਼ਨ ਦਾ ਪਾਰਟ ਨਹੀਂ ਬਣਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਉਹ ਇੱਕ ਲੋਕਾਂ ਦੇ ਵਿੱਚ ਚਰਚਾ ਦਾ ਹਿੱਸਾ ਵੀ ਬਣਿਆ ਤੇ 4 ਲੱਖ ਦੇ ਕਰੀਬ ਵੋਟ ਵੀ ਦੇਖਣ ਨੂੰ ਮਿਲੀ, ਆਪ ਮੁਹਾਰੀ ਵੋਟ, ਬਿਨਾਂ ਕਿਸੇ ਉਹਨੇ ਕੋਈ ਐਫਰਟ ਤੋਂ। ਤੇ ਲੋਕਾਂ ਨੇ ਚੋਣ ਨਿਸ਼ਾਨ ਲੱਭ ਕੇ ਆਪਣੇ ਵੀ ਤੇ ਫਿਰ ਉੱਥੇ ਵੋਟ ਪਾਈ। ਉਹ ਵੀ 83 ਹਲਕਿਆਂ ਦੇ ਵਿੱਚ 4 ਲੱਖ ਦੇ ਕਰੀਬ ਵੋਟ ਖੜਨਾ। ਇਸ ਫੈਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਪਹਿਲੀ ਗੱਲ ਤਾਂ ਵੇਖੋ, ਜਿਹੜੀ 3,85,000 ਵੋਟ ਪਈ ਆ, ਮੈਂ ਉਹਨੂੰ 3,85,000 ਵੋਟ ਨਹੀਂ ਕਹਿੰਦਾ। ਮੈਂ ਇਹ ਕਹਿਣਾ ਕਿ ਉਹ ਇਹਦੇ ਨਾਲੋਂ 5 ਗੁਣਾ ਵੋਟ ਆ, ਜਾਂ ਇਹਦੇ ਨਾਲੋਂ 10 ਗੁਣਾ ਵੋਟ। ਮਤਲਬ ਐਕਚੁਅਲੀ ਉਹ 3,85,000 ਵੋਟ ਨਹੀਂ, ਉਹ ਕਿਤੇ ਨਾ ਕਿਤੇ 38 ਲੱਖ ਵੋਟ ਹੈਗੀ ਆ ਜਿਹੜੀ ਮਾਨ ਸਾਹਿਬ ਨੂੰ ਪਈ ਆ। ਤੇ ਉਹ ਮਾਨ ਸਾਹਿਬ ਨੂੰ ਜਾਂ ਉਸ ਪਾਰਟੀ ਨੂੰ ਨਹੀਂ ਪਈ, ਉਹ ਇੱਕ ਸੋਚ ਨੂੰ ਪਈ ਆ। ਹੋਇਆ ਕੀ ਆ ਕਿ ਆਪਾਂ ਪਿਛਲੇ 15 ਦਿਨਾਂ ਚੋਂ, ਜਦੋਂ ਤੋਂ ਦੀਪ ਸਿੱਧੂ ਨਹੀਂ ਰਹੇ, ਉਸ ਤੋਂ ਬਾਅਦ ਨਾ ਇੱਕ ਬਿਲਕੁਲ ਡਿਬੇਟ ਜਿਹੜਾ ਉਹ ਬਿਲਕੁਲ ਗਲਤ ਸਾਈਡ ਤੇ ਚਲਾ ਗਿਆ ਕਿ ਵੀ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ, ਜਿਹੜੇ ਮਤਲਬ ਫਿਜ਼ੀਕਲ ਫਾਰਮ ਨੂੰ ਲੈ ਕੇ ਆਪਾਂ ਲੜਨ ਲੱਗ ਗਏ। ਉਹ ਮੈਟਰ ਨਹੀਂਗਾ। ਮੈਟਰ ਜਿਹੜਾ ਹੈਗਾ ਉਹ ਇਹ ਹੈਗਾ ਕਿ ਉਹ ਬੰਦਾ ਐਸਾ ਕੀ ਬੋਲ ਰਿਹਾ ਸੀ, ਉਹ ਸ਼ਖਸੀਅਤ ਕੀ ਐਸਾ ਬੋਲ ਰਹੀ ਸੀ, ਜਾਂ ਕੀ ਕਨਵੇ ਕਰ ਰਹੀ ਸੀ, ਜਾਂ ਕੀ ਸਮਝਾ ਰਹੀ ਸੀ, ਜਿਹੜਾ ਕਿ ਨੌਜਵਾਨਾਂ ਦੇ ਦਿਲ ਨੂੰ ਛੂੰਹਦਾ ਸੀਗਾ। ਠੀਕ ਹੈ, ਉਸ ਕੰਟੈਂਟ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਹ ਬਹੁਤ ਅਨਫੋਰਚੂਨੇਟ ਗੱਲ ਹੈ ਕਿ ਉਹ ਦੇਖੋ, ਉਹਨਾਂ ਦਾ ਕਹਿਣ ਦਾ ਲਹਿਜ਼ਾ ਤੇ ਜਿਸ ਪਵਿੱਤਰਤਾ ਨਾਲ ਉਹ ਕਹਿ ਰਿਹਾ ਸੀਗਾ, ਉਸ ਪਵਿੱਤਰਤਾ ਨਾਲ ਕਿਸੇ ਨੇ ਨਹੀਂ ਗੱਲ ਕੀਤੀ। ਉਹ ਜੀ ਉਹਦੇ ਪੱਗ ਸੀ ਕਿ ਨਹੀਂ, ਉਹਦੇ ਵਾਲ ਕੱਟੇ ਸੀ, ਮਤਲਬ ਹੋਰ ਹੀ ਪਾਸੇ ਸਾਰਾ ਧੱਕਤਾ ਆਪਾਂ ਚਾ ਕੇ, ਮਤਲਬ ਧੜੇ ਬਣਾ ਕੇ ਆਪਾਂ ਡਿਬੇਟ ਉਸ ਪਾਸੇ ਕਰਨ ਲੱਗੇ ਆ। ਜਿਹੜੀ ਗੱਲ ਸਾਨੂੰ ਸਮਝਣ ਵਾਲੀ ਹੈ ਕਿ ਉਹ ਕੁਝ ਐਸਾ ਕਹਿ ਰਹੇ ਸੀ ਜਿਹੜਾ ਕਿ ਸਾਡੀ ਇਸ ਟਾਈਮ ਦੀ ਸਾਡੀ ਪਰੇਸ਼ਾਨੀ ਜਾਂ ਸਾਡੇ ਕ੍ਰਾਈਸਿਸ ਨੂੰ ਦੀ ਤਰਜਮਾ ਨਹੀਂ ਕਰ ਰਿਹਾ ਸੀ। ਬਿਲਕੁਲ ਠੀਕ ਹੈ ਜੀ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਆ ਸਾਡੇ ਵਾਸਤੇ। ਤੇ ਉਸ ਦੇ ਵਿੱਚੋਂ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਵੀ ਜਦੋਂ ਦੀਪ ਸਿੱਧੂ ਨੇ ਆ ਕੇ ਪ੍ਰਚਾਰ ਕੀਤਾ ਮਾਨ ਸਾਹਿਬ ਦਾ, ਤੇ ਲੋਕੀ ਹੁਮ ਹਮਾ ਕੇ ਵੋਟ ਪਾਉਣ ਕਿਉਂ ਗਏ। ਦੂਸਰੀ ਜਿਹੜੀ ਪਰਸੈਪਸ਼ਨ ਜਾਂ ਮਿਥ ਕ੍ਰੀਏਟ ਕਰ ਦਿੱਤੀ ਗਈ ਹੈ ਕਿ ਦੀਪ ਸਿੱਧੂ ਦੀ ਡੈਥ ਆਪਣਾ ਐਕਸੀਡੈਂਟ ਤੋਂ ਬਾਅਦ ਹੀ ਇਹ ਲੋਕਾਂ 'ਚ ਰੋਹ ਆਇਆ। ਹੋ ਸਕਦਾ ਹੈ ਕਿ ਜੇ ਉਹ ਪ੍ਰਚਾਰ ਦੁਬਾਰਾ ਕਰਨ ਆਉਂਦੇ ਤਾਂ ਇਹ ਫਾਰਮ ਹੋ ਜਾਣਾ ਸੀਗਾ। ਮਤਲਬ ਮੇਰਾ ਖਿਆਲ, ਜੇ ਮੈਂ ਸਟੇਟ ਦੇ ਐਂਗਲ ਤੋਂ ਸੋਚਾਂ ਤਾਂ ਸਟੇਟ ਨੂੰ ਇਹ ਬਹੁਤ ਵੱਡਾ ਡਰ ਹੋ ਗਿਆ ਹੋਣਾ ਹੈ ਕਿ ਜੇ ਉਹ ਇੱਕ ਬੰਦਾ ਇੱਕ ਕਨਸਟੀਚੂਐਂਸੀ 'ਚ ਐਡੀ ਉਬਾਲ ਲਿਆ ਸਕਦਾ, ਤੇ ਜੇ ਟਾਈਮ ਮਿਲਿਆ ਤਾਂ ਕੱਲ ਨੂੰ ਉਹ ਸਾਰੀ ਸਟੇਟ ਦੇ ਵਿੱਚ ਵੀ ਤਾਂ ਮਾਨ ਦਲ ਦੇ ਕੈਂਡੀਡੇਟ ਹੈਗੇ ਆ ਨਾ। ਤੁਸੀਂ ਵੇਖੋ ਨਾ ਕਿੰਨੇ ਪੂਰ ਇਨਫਰਾਸਟ੍ਰਕਚਰ ਤੇ ਉਹ ਵਿਚਾਰੇ ਖੜੇ ਹੈਗੇ ਆ। ਉਹਨਾਂ ਕੋਲੇ ਕਈ ਜਗ੍ਹਾ ਤਾਂ ਲੱਖ ਰੁਪਈਆ ਵੀ ਹੈ ਨਹੀਂ ਕੰਪੇਨ ਲੜਨ ਨੂੰ। ਕਈ ਜਗ੍ਹਾ ਮੈਨੂੰ ਐਸੇ ਵੀ ਕੈਂਡੀਡੇਟ ਮਿਲੇ ਜਿਨ੍ਹਾਂ ਵਿਚਾਰਿਆਂ ਕੋਲੇ ਪੋਸਟਰ ਲਾਉਣ ਨੂੰ ਵੀ ਪੈਸੇ ਹੈ ਨਹੀਂ ਸੀਗੇ। ਅੱਛਾ, ਫਿਰ ਇੱਕ ਚੋਣ ਨਿਸ਼ਾਨ ਨਹੀਂਗਾ ਉਹਨਾਂ ਕੋਲ। ਤਾਂ ਹੀ ਮੈਂ ਕਹਿੰਦਾ ਕਿ ਉਹਨੂੰ ਵੋਟਾਂ ਨੂੰ ਅੰਡਰ ਐਸਟੀਮੇਟ ਕੀਤਾ ਜਾ ਰਿਹਾ। ਉਹ 3,80,000 ਵੋਟ ਨਹੀਂ ਗੀ, ਉਹ 38 ਲੱਖ ਵੋਟ ਹੈਗੀ ਆ। ਉਹ ਤਰਜਮਾਨੀ ਆ ਇਸ ਟਾਈਮ ਦੇ ਪੰਜਾਬ ਦੀ, ਇਸ ਟਾਈਮ ਦੇ ਪੰਥ ਦੀ, ਕਿ ਉਹ ਕਿੰਨਾ ਇਨਸਿਕਿਉਰ ਫੀਲ ਕਰ ਰਿਹਾ ਤੇ ਉਹ ਕਿੱਧਰ ਨੂੰ ਝਾਕ ਰਿਹਾ। ਉਹਨੂੰ ਐ ਲੱਗ ਰਿਹਾ ਕਿ ਵੀ ਮੇਰਾ ਇਸ ਨਿਜ਼ਾਮ ਦੇ ਵਿੱਚ ਸਰਦਾ ਨਹੀਂਗਾ। ਠੀਕ ਆ, ਤੇ ਉਹਨੂੰ ਇੰਨਾ ਲਾਈਟਲੀ, ਜਿਹੜਾ ਹਲੇ ਵੀ ਬਹੁਤ ਲਾਈਟਲੀ ਲੈ ਰਿਹਾ। ਕਈ ਤਾਂ ਮਤਲਬ ਇਹਨੂੰ ਜਿੱਤ ਹਾਰ ਦੇ ਵਿੱਚ ਉਹਨੂੰ ਵੇਖਣਾ ਜਾਂ ਉਸ ਬਾਈਨਰੀ 'ਚ ਵੇਖਣਾ ਬਿਲਕੁਲ ਗਲਤ ਆ। ਉਹਨੂੰ ਤਾਂ ਇਹ ਵੇਖਣਾ ਚਾਹੀਦਾ ਕਿ ਇਹ ਇੰਨਾ ਜਿਹੜਾ ਆਇਆ, ਉਭਾਰ ਆਇਆ, ਤੇ ਮੈਂ ਇਹ ਫੀਲ ਕਰਦਾ ਕਿ ਇਹ ਉਭਾਰ ਹੀ ਜਿਹੜੀ ਹੈਗੀ ਆ ਅੱਗੇ ਜਾ ਕੇ ਚੈਲੰਜ ਬਣੂਗਾ ਆਮ ਆਦਮੀ ਪਾਰਟੀ ਵਾਸਤੇ। ਇਹੀ ਉਭਾਰ ਚੈਲੰਜ ਬਣੂਗਾ ਕਿਸੇ ਹੋਰ ਵਾਸਤੇ। ਤੇ ਇਹ ਉਭਾਰ ਨੂੰ ਜੇ ਸੰਭਾਲ ਲਿਆ, ਚਾਹੇ ਉਹ ਮਾਨ ਸਾਹਿਬ ਸੰਭਾਲ ਲੈਣ, ਆਪਣਾ ਅਕਾਲੀ ਦਲ ਅੰਮ੍ਰਿਤਸਰ ਸੰਭਾਲੇ, ਚਾਹੇ ਕੋਈ ਹੋਰ ਅਕਾਲੀ ਧਿਰ ਉੱਠ ਕੇ ਸੰਭਾਲੇ, ਚਾਹੇ ਅਕਾਲੀ ਦਲ ਜਿਹੜਾ ਬਾਦਲ ਆ ਇਹੀ ਆਪਦੇ ਆਪ ਨੂੰ ਰਿਫਾਰਮ ਕਰਕੇ ਸੰਭਾਲੇ, ਇਹ ਸੇਧ ਦੇਣੀ ਸਿੱਖ ਯੂਥ ਨੂੰ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਵੇਖੋ ਲਾਰਜਲੀ ਯੂਥ ਬਹੁਤ ਹੈਗਾ, ਉਹਦੇ 'ਚ એનર્ਜੀ ਆ, ਉਹ ਵਾਈਬ੍ਰੈਂਟ ਆ। ਉਹ ਮੇਰੇ ਵਰਗੇ ਇੱਕ 50 ਸਾਲ ਦੇ ਬਜ਼ੁਰਗ ਨਾਲੋਂ ਉਹ 1.5 ਗੁਣਾ ਤਾਕਤ ਰੱਖਦਾ ਹੁੰਦਾ, ਜਾਂ ਡਬਲ ਤਾਕਤ ਰੱਖਦਾ ਹੁੰਦਾ, ਵਿਰਾਈਲ ਹੁੰਦਾ, ਡਾਇਨਾਮਿਕ ਹੁੰਦਾ। ਸੋ ਇਹ ਗੱਲ ਨੂੰ ਸਮਝਣਾ। ਇਸ ਦੇ ਉੱਤੇ ਮੇਰਾ ਖਿਆਲ ਕਿ ਮੈਂ ਹਲੇ ਵੀ ਇਹਨੂੰ ਬਹੁਤ ਘੱਟ ਸਮਝਾ ਪਾ ਰਿਹਾ, ਜਾਂ ਮੈਂ ਬਹੁਤ ਘੱਟ ਖੁਦ ਵੀ ਸਮਝ ਪਾ ਰਿਹਾ। ਇਹਦੇ ਉੱਤੇ ਸਿੱਖ ਜਿਹੜਾ ਜਗਤ ਆ, ਉਹਦੇ ਇੰਟੈਲੈਕਚੁਅਲਸ ਆ, ਉਹਨਾਂ ਨੂੰ ਆ ਜਿਹੜੇ ਦੂਜੇ ਫਾਲਤੂ ਦੇ ਡਿਬੇਟਾਂ 'ਚ ਪੈਣ ਦੀ ਬਜਾਏ ਇਹਦੇ ਤੇ ਸਮਝਣਾ ਚਾਹੀਦਾ ਕਿ ਕੀ ਹੋਇਆ, ਕੀ ਚੀਜ਼ ਸੀ, ਕੀ ਚੀਜ਼ ਬੋਲੀ ਜਾ ਰਹੀ ਸੀ, ਤੇ ਕਿਸ ਢੰਗ ਨਾਲ ਜਿਹੜਾ ਤੁਸੀਂ ਸਮਝਾ ਨਹੀਂ ਸਕੇ, 10 ਸਾਲ ਟੱਕਰਾਂ ਮਾਰਦੇ ਰਹੇ, ਤੁਸੀਂ ਉਹਨੂੰ ਜਰਨਲਾਈਜ਼ ਨਹੀਂ ਕਰ ਸਕੇ। ਉਹ ਇੰਨੀ ਜਲਦੀ ਜਰਨਲਾਈਜ਼ ਕਿਵੇਂ ਹੋ ਗਿਆ? ਕੀ ਉਹ ਗਰਾਊਂਡ ਬਦਲ ਗਿਆ? ਕੀ ਕਹਿਣ ਵਾਲੇ ਦੀ ਕੋਈ ਸਕਿੱਲ ਸੀ, ਕਿ ਸਾਰੀਆਂ ਚੀਜ਼ਾਂ ਦਾ ਰਲਵਾ ਮਿਲਵਾ ਫੈਕਟਰ ਸੀ? ਇਹ ਗੱਲ ਨੂੰ ਸਮਝਣਾ ਵੀ ਜ਼ਰੂਰੀ ਆ। ਤੇ ਇਹ ਬਹੁਤ ਵੱਡਾ ਚੁਣੌਤੀ ਆ ਸਟੇਟ ਵਾਸਤੇ, ਚੁਣੌਤੀ ਆ ਪ੍ਰੈਜ਼ੈਂਟ ਨਿਜ਼ਾਮ ਵਾਸਤੇ, ਤੇ ਓਪਰਚੁਨਿਟੀ ਆ, ਤੇ ਉਸ ਤਰੀਕੇ ਦਾ ਓਪਰਚੁਨਿਟੀ ਆ ਸਿੱਖ ਪੋਲਿਟਿਕਸ ਵਾਸਤੇ ਕਿ ਉਹ ਇਹਨੂੰ ਕਿੱਧਰ ਨੂੰ ਡਾਇਰੈਕਸ਼ਨ ਦੇ ਸਕੂ। ਬਿਲਕੁਲ, ਜਿਵੇਂ ਮਾਨ ਦਲ ਵੱਲੋਂ ਕੋਈ ਜਿਵੇਂ ਦੇ ਮਤਲਬ ਲੋਕਾਂ ਦੇ ਰੋਜ਼ਮਰਾ ਦੀਆਂ ਜ਼ਰੂਰਤਾਂ ਜਾਂ ਜ਼ਿੰਦਗੀ 'ਚ ਜੋ ਮੁਸ਼ਕਲਾਂ, ਉਹਦੇ ਬਾਰੇ ਕੋਈ ਏਡੀ ਗੱਲ ਵੀ ਨਹੀਂ ਹੋਈ। ਗੱਲ ਉੱਥੇ ਪੰਜਾਬ ਦੇ ਮਸਲਿਆਂ ਦੀ, ਪੰਜਾਬ ਦੀ ਹੋਣ ਦੀ ਹੋਈ। ਤੇ
ਉਹ ਲੋਕ ਨਿਕਲ ਕੇ ਆਏ। ਮੈਨੂੰ ਲੱਗਦਾ ਕਿ ਕੋਰ ਵੋਟ ਦੀ ਤੁਸੀਂ ਗੱਲ ਕੀਤੀ ਕਿ ਪੰਥਕ ਇੱਕ ਕੋਰ ਵੋਟ ਸੀ ਅਕਾਲੀ ਦਲ ਦੀ ਜਿਹੜੀ એનર્ਜੀ ਹੈ, ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਵੀ ਕੁਝ ਹਿੱਸਾ ਜਿਹੜਾ ਹੈ ਉਹ ਸ਼ਿਫਟ ਹੋ ਕੇ ਮਾਨ ਦਲ ਵੱਲ ਆਇਆ ਹੋ ਸਕਦਾ। ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਵੇਂ ਦਾ ਇੱਥੇ ਰਿਸਪੌਂਸ ਮਿਲਿਆ ਆ, ਇਹ ਕੋਈ ਰਿਪਲੇਸ ਕਰ ਸਕਦੇ ਆ ਉਸ ਅਕਾਲੀ ਦਲ ਨੂੰ? ਕਿਉਂਕਿ ਜਿਵੇਂ ਦੀ ਨੈਸ਼ਨਲਿਜ਼ਮ ਲੈ ਕੇ ਆਮ ਆਦਮੀ ਪਾਰਟੀ ਆਊਗੀ, ਜੋ ਕਿ ਦਿਖ ਵੀ ਰਿਹਾ ਆ, ਉਹਨਾਂ ਨੇ ਜਿਵੇਂ ਤਿਰੰਗਾ ਯਾਤਰਾ ਕੱਢੀਆਂ, ਤੇ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਉਸ ਚੀਜ਼ ਤੋਂ ਪੂਰੀ ਚਿੜ ਮੰਨਦੇ ਆ। ਮਤਲਬ ਇੱਕ ਠੀਕ ਠਾਕ ਸੈਕਸ਼ਨ ਜਿਹੜਾ ਗੱਲ ਨੂੰ ਸਮਝਦਾ ਆ, ਉਹ ਇਸ ਚੀਜ਼ ਦਾ ਬੁਰਾ ਮੰਨਦਾ ਸੀ ਉਦੋਂ ਵੀ ਜਦੋਂ ਤਿਰੰਗਾ ਯਾਤਰਾ ਕੱਢੀ ਜਾਂਦੀ ਸੀ। ਤਾਂ ਉਹਨਾਂ ਲੋਕਾਂ ਦੇ ਖਿਆਲਾਂ ਦੀ ਤਰਜਮਾਨੀ ਕੀ ਜਿਹੜਾ ਉਭਾਰ ਆ ਜਾਂ ਇਹ ਮਾਨ ਦਲ ਕਰ ਸਕੂਗਾ? ਕਿਉਂਕਿ ਜਦੋਂ ਨੈਸ਼ਨਲਿਜ਼ਮ ਦਾ ਉਭਾਰ ਹੋਣਾ ਤਾਂ ਓਬਵੀਅਸ ਹੈ ਕਿ ਉਹਦੇ ਐਕਸ਼ਨ ਦੇ ਵਿੱਚੋਂ ਰਿਐਕਸ਼ਨ ਵੀ ਜ਼ਰੂਰ ਪੈਦਾ ਹੋਊਗਾ। ਦੇਖੋ ਜੀ, ਮੋਟੇ ਤੌਰ ਤੇ ਇੱਕ ਕੋਰ ਗਰੁੱਪ ਤਾਂ ਮਾਨ ਸਾਹਿਬ ਨੂੰ ਮਿਲਿਆ, ਠੀਕ ਹੈ ਜੀ, ਤੇ ਉਹ ਵੀ ਇੰਨੀ ਐਡਵਰਸ ਕੰਡੀਸ਼ਨਸ ਚ ਲੋਕਾਂ ਨੇ ਆਪ ਲੱਭ ਕੇ ਜਿਹੜੇ ਸਿੰਬਲ ਸੀਗੇ ਨਾ, ਉਹ ਆਪ ਲੱਭ ਕੇ, ਪਤਾ ਹੀ ਨਹੀਂ ਸੀ ਉਹਨਾਂ ਨੂੰ, ਮਤਲਬ ਕਈ ਥਾਂ ਦੇਖੋ ਕਿਤੇ ਟਰੱਕ ਆ, ਕਿਤੇ ਬਾਲਟੀ ਆ, ਬੰਦੇ ਦਾ ਪਤਾ ਨਹੀਂ, ਲੋਕਾਂ ਨੇ ਆਪ ਖੋਜ ਕਰਕੇ ਉਹਨਾਂ ਚੋਣ ਨਿਸ਼ਾਨ ਲੱਭ ਕੇ ਵੋਟ ਪਾਈ ਹੈ। ਇਹ ਬਹੁਤ ਵੱਡਾ ਚੈਲੰਜ ਹੁੰਦਾ ਹੈ, ਬਹੁਤ, ਮਤਲਬ ਖਰੜ ਵਰਗਾ ਇਲਾਕਾ ਵੇਖੋ ਜਿੱਥੇ ਮਾਨ ਦਲ ਦਾ ਕੋਈ ਪ੍ਰੈਜ਼ੈਂਸ ਹੈ ਨਹੀਂ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੇ ਕੈਂਡੀਡੇਟ ਕੌਣ, ਤੇ 7200 ਵੋਟ ਹੋ ਗਈ। ਬਿਲਕੁਲ ਠੀਕ ਹੈ। ਤੇ ਮੋਹਾਲੀ ਚ ਹੋ ਗਈ, ਮੋਹਾਲੀ ਚ ਪਤਾ ਹੀ ਨਹੀਂ ਸੀਗਾ, ਮਤਲਬ ਕਈ ਲੋਕਾਂ ਨੇ ਪਾਈ ਵੋਟ ਜਿਨ੍ਹਾਂ ਨੂੰ ਮੈਂ ਜਾਣਦਾ, ਮੇਰੇ ਬਹੁਤ ਕਰੀਬੀ ਆ, ਉਹ ਵਿਚਾਰੇ ਕਹਿੰਦੇ ਵੀ ਸੰਤਾ ਜੀ ਪੁੱਛਣਾ ਪਿਆ ਵੀ ਮਾਨ ਦਲ ਦਾ ਸਿੰਬਲ ਕਿਹੜਾ ਹੈ, ਫਿਰ ਉਹ ਲੱਭਣਾ ਪਿਆ ਉਹਦੇ ਵਿੱਚ। ਬਿਲਕੁਲ। ਤਾਂ ਇੰਨੀਆਂ odds ਦੇ ਅਗੇਂਸਟ, ਜਿੱਥੇ ਇੱਕ ਆਪਣਾ ਨੌਜ ਸਿੰਘ ਫਾਜ਼ਿਲਕਾ ਤੋਂ ਲੜ ਰਿਹਾ ਸੀਗਾ, ਉਹਦੇ ਕੋਲੇ ਵਿਚਾਰੇ ਕੋਲ ਪੋਸਟਰਾਂ ਵਾਸਤੇ ਵੀ ਹੈ ਨਹੀਂ ਸੀ, ਕੈਂਪੇਨਿੰਗ ਵਾਸਤੇ ਵੀ ਉਹਦੇ ਕੋਲ ਫੰਡਸ ਹੈ ਨਹੀਂ ਸੀ। ਫਿਰੋਜ਼ਪੁਰ ਦਿਹਾਤੀ ਚ ਵੋਟਾਂ ਜਿਹੜੀਆਂ ਪਈਆਂ ਉੱਥੇ ਵੀ ਬਹੁਤ ਘੱਟ ਕੈਂਪੇਨਿੰਗ ਦੇ ਐਕਸਪੈਂਸਿਸ ਸੀ। ਇਹਨਾਂ odds ਦੇ ਅਗੇਂਸਟ ਵੀ ਜੋ ਇੰਨੀਆਂ ਵੋਟਾਂ ਪਈਆਂ, ਤਾਂ ਇਹ ਗੱਲ ਤਾਂ ਹੈ ਕਿ ਵੀ ਇਹ ਆਈਡੀਆ ਹੈ ਜਿਹਦਾ ਟਾਈਮ ਹੈਜ਼ ਕਮ, ਠੀਕ ਆ। ਹੁਣ ਇਹਦੇ ਵਿੱਚ ਚੈਲੰਜਸ ਕੀ ਆ? ਚੈਲੰਜਸ ਸਭ ਤੋਂ ਵੱਡੀ ਇਹ ਹੈ ਕਿ ਵੀ ਇਹ ਹਲੇ ਇਮੋਸ਼ਨਲ ਅਪਸਰਜ ਹੈ ਕਿ ਸਾਡੇ ਨਾਲ, ਅਸੀਂ ਔਖੇ ਹਾਂ, ਅਸੀਂ ਚਾਹੁੰਦੇ, ਠੀਕ ਹੈ ਜੀ। ਇਹਦੇ ਨਾਲ ਕਿਤੇ ਨਾ ਕਿਤੇ ਤੁਹਾਨੂੰ ਲੋਕਾਂ ਦੀ ਇਕਨੋਮਿਕ ਨੀਤੀ, ਲੋਕਾਂ ਦਾ, ਵੇਖੋ ਜਦੋਂ ਤੁਸੀਂ ਪਾਤਸ਼ਾਹੀ ਦਾਅਵਾ ਕਰਦੇ ਹੋ ਹਨਾ, ਆਪਾਂ ਕਹਿੰਦੇ ਜੀ ਸਾਡਾ ਖਾਲਸੇ ਦਾ ਪਾਤਸ਼ਾਹੀ ਦਾਅਵਾ, ਉਹ ਪਾਤਸ਼ਾਹੀ ਦਾਅਵੇ ਦੇ ਦੋ ਆਸਪੈਕਟ ਸੀਗੇ। ਇੱਕ ਤਾਂ ਪਾਤਸ਼ਾਹੀ ਦਾਅਵਾ ਖਾਲਸੇ ਦਾ ਉਹਦੇ ਆਪ ਦੇ ਲਈ ਕਿ ਵੀ ਮੇਰਾ ਹੱਕ ਹੈਗਾ ਵੀ ਰਾਜ ਦਾ, ਹਨਾ। ਦੂਸਰਾ ਪਾਤਸ਼ਾਹੀ ਦਾਅਵੇ ਦੇ ਨਾਲ ਤੁਹਾਡੇ ਤੇ ਇੱਕ ਰਿਸਪੌਂਸਿਬਿਲਿਟੀ ਵੀ ਆਉਂਦੀ ਹੈ। ਲੋਕ ਤੁਹਾਡੇ ਪਾਤਸ਼ਾਹੀ ਦਾਅਵੇ ਨੂੰ ਜਾਂ ਤੁਹਾਡੇ ਰਾਜ ਕਰਨ ਦੀ, ਚਾਹੇ ਉਹ ਵੋਟਾਂ ਨਾਲ ਆ ਤੇ ਚਾਹੇ ਤੁਹਾਡਾ ਕਿਸੇ ਤਰੀਕੇ ਨਾਲ ਵੀ ਉਹ ਰਾਜ, ਉਸ ਰਾਜ ਨੂੰ ਅਸੈਪਟ ਕਿਉਂ ਕਰਨ? ਕਿਉਂਕਿ ਜਿਹੜੀ ਪ੍ਰਜਾ ਹੈ ਤੁਹਾਡੀ, ਜਿਹੜੇ ਲੋਕਾਂ ਨੇ ਤੁਹਾਨੂੰ ਰਾਜ ਦੇਣਾ, ਉਹ ਕਿਉਂ ਅਸੈਪਟ ਕਰਨ? ਉਹਨਾਂ ਦੀਆਂ ਤਾਂ ਬੜੀਆਂ ਨੋਰਮਲ ਜ਼ਰੂਰਤਾਂ ਹੈ ਨਾ। ਉਹਨਾਂ ਦੀਆਂ ਜ਼ਰੂਰਤਾਂ ਤਾਂ ਇਹ ਹੈ ਕਿ ਵੀ ਮੇਰੇ ਘਰ ਨੂੰ ਗਲੀ ਸਾਫ਼ ਆਉਂਦੀ ਹੈ ਕਿ ਨਹੀਂ, ਮੈਨੂੰ ਕੋਈ ਪੁਲਿਸ ਵਾਲਾ ਤੰਗ ਕਰਦਾ ਕਿ ਨਹੀਂ ਕਰਦਾ, ਮੇਰੇ ਬੱਚੇ ਨੂੰ ਸਿੱਖਿਆ ਮਿਲਦੀ ਹੈ ਕਿ ਨਹੀਂ ਮਿਲਦੀ, ਮੈਨੂੰ ਹਸਪਤਾਲ ਦੀ ਬੁਨਿਆਦੀ ਜ਼ਰੂਰਤਾਂ ਮਿਲਦੀਆਂ ਕਿ ਨਹੀਂ ਮਿਲਦੀਆਂ। ਤਾਂ ਤੁਹਾਨੂੰ ਹੁਣ ਇਹ ਚੈਲੰਜ ਹੋਊਗਾ ਕਿ ਇਹਨਾਂ ਦੋਨਾਂ ਨੂੰ ਕਿਵੇਂ ਮਿਲਾਇਆ ਜਾਵੇ। ਇੱਕ ਪਾਸੇ ਤੁਸੀਂ ਤੁਹਾਡਾ ਆਪਦੀ ਹੋਂਦ ਵਾਲੇ, ਆਈਡੀਓਲੋਜੀ ਵਾਲੇ ਇਸ਼ੂਜ਼, ਤੁਹਾਡੀ ਪੰਜਾਬ ਦੀ ਹੋਂਦ, ਤੁਹਾਡੀ ਸਿੱਖੀ ਦੀ ਹੋਂਦ ਨੂੰ ਨਾਲ ਲੈ ਕੇ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਇਆ ਜਾਵੇ ਕਿ ਇਸ ਤਰ੍ਹਾਂ ਦਾ ਜਦੋਂ ਅਸੀਂ ਰਾਜ ਲਿਆਵਾਂਗੇ ਤਾਂ ਅਸੀਂ ਉਹਦੇ ਵਿੱਚ ਬਿਹਤਰੀ ਕਰਾਂਗੇ, ਅਸੀਂ ਤੁਹਾਨੂੰ ਹਰ ਚੀਜ਼ ਬੈਟਰ ਦੇਵਾਂਗੇ, ਤੇ ਉਹ ਕੀ ਹੋਊਗਾ ਤੇ ਕਿਉਂ ਹੋਊਗਾ ਤੇ ਕਿਵੇਂ ਲਿਆਵਾਂਗੇ, ਉਹ ਸਾਰਾ ਉਹ ਇੱਕ ਚੈਲੰਜ ਹੈਗਾ। ਉਹਦੇ ਨਾਲ ਹੀ ਬਾਕੀ ਵਰਗ ਤੁਹਾਡੇ ਨਾਲ ਜੁੜਨੇ ਹੋਣ, ਠੀਕ ਹੈ ਨਾ, ਤਾਂ ਕਿ ਵੀ, ਤੇ ਉਹਦੇ ਨਾਲ ਹੀ ਤੁਸੀਂ ਜੇ ਮਾਨ ਸਾਹਿਬ ਵਾਲੇ ਦਲ ਦਾ ਚੈਲੰਜ ਵੇਖੀਏ ਤਾਂ ਉਹਦੇ ਨਾਲ ਹੀ ਤੁਸੀਂ ਅਗਲੀ ਸਟੇਜ ਤੇ ਲੋਕਾਂ ਨੂੰ ਟ੍ਰਾਂਸਲਿਟ ਕਰ ਸਕਦੇ ਹੋ ਕਿ ਅਸੀਂ ਜਿਸ ਇੱਕ ਸੈਪਰੇਟ ਹੋਵਾਂਗੇ ਤਾਂ ਅਸੀਂ ਕਿਵੇਂ ਤੁਹਾਨੂੰ ਇਦੋਂ ਵੀ ਬਿਹਤਰ ਕਿਵੇਂ ਕਰਾਂਗੇ, ਕਿ ਆਹ ਸਾਡਾ ਇਹਨਾਂ ਹਾਲਾਤਾਂ 'ਚ ਵੀ ਸਾਡਾ ਆਹ ਮਾਡਲ ਅਸੀਂ ਦੇ ਪਾ ਰਹੇ ਹਾਂ, ਇਦੋਂ ਅਗਲੀ ਸਟੇਜ ਤੇ ਕਿਵੇਂ ਲਿਜਾਵਾਂਗੇ। ਇਹ ਤਾਂ ਹੈ ਕਿ ਵੀ ਆਪਦੇ ਇੰਟਰਨਲ ਚੈਲੰਜ। ਐਕਸਟਰਨਲ ਚੈਲੰਜਸ ਉਹਨਾਂ ਨੂੰ ਦੋ ਫੇਸ ਕਰਨੇ ਪੈਣਗੇ। ਕਿਤੇ ਨਾ ਕਿਤੇ ਰਾਸ਼ਟਰਵਾਦ ਦਾ ਵੀ ਇੱਕ ਬਹੁਤ ਵੱਡਾ ਸੈਕਸ਼ਨ ਆ ਜਿਹੜਾ ਭਾਰਤ ਦੇ ਵਿੱਚ ਦੇ ਰਾਸ਼ਟਰਵਾਦ ਦਾ ਹਾਮੀ ਆ ਪੰਜਾਬ ਦੇ ਵਿੱਚ। ਬਿਲਕੁਲ। ਉਹਨੂੰ ਕਿਵੇਂ ਤੁਸੀਂ ਆਪਦੇ ਨਾਲ ਲਾਉਣੇ ਹੋ, ਜਾਂ ਉਹਦੇ ਨਾਲ ਕਿਵੇਂ ਨੈਗੋਸ਼ੀਏਟ ਕਰਦੇ ਹੋ, ਜਾਂ ਉਹਨੂੰ ਕਿਵੇਂ ਕਾਰਨਰ ਜਾਂ ਮਾਰਜਨਲਾਈਜ਼ ਕਰਦੇ। ਦੂਸਰਾ ਜਿਹੜਾ ਹੈਗਾ ਆਸਪੈਕਟ, ਇੱਕ ਹੈਗਾ ਵਿੱਚ ਵਿਚਾਲੇ ਦਾ ਆਸਪੈਕਟ, ਜਿਹੜਾ ਕੋਈ ਫੈਡਰਲ ਢਾਂਚੇ ਦੀ ਗੱਲ ਕਰਦਾ ਹੈ, ਜਾਂ ਫੈਡਰਲ ਢਾਂਚੇ ਦੀ ਤੋਂ ਵੀ ਇਲਾਵਾ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ, ਕਹਿੰਦਾ ਵੀ ਪੰਜਾਬੀਅਤ ਇੱਕ ਲਾਰਜਰ ਆਇਡੈਂਟੀਟੀ ਆ, ਪੰਥ ਉਹਦੀ ਸਬ ਸੈਕਸ਼ਨ ਹੈਗਾ ਹਨਾ। ਤਾਂ ਉੱਥੇ ਆ ਕੇ ਉਹਦੇ ਨਾਲ ਤੁਸੀਂ ਉਹਨਾਂ ਲੋਕਾਂ ਨਾਲ ਕਿਵੇਂ ਆਪਦੇ ਨਾਲ ਤੋਰਦੇ ਹੋ। ਫੋਰ ਐਗਜ਼ਾਮਪਲ ਲੈਫਟ ਦੀਆਂ ਬਹੁਤ ਧਿਰਾਂ ਹੈ, ਹੋਰ ਪੰਜਾਬੀਅਤ ਦੇ ਬੜੇ ਆਪਣਾ ਸਰੋਕਾਰ ਰੱਖਣ ਵਾਲੇ ਆ, ਜਿਹੜੇ ਐਕਚੁਅਲੀ ਲੈਫਟ ਚੋਂ ਨਿਕਲੇ ਹੋਏ ਆ ਬਟ ਆਪਦੇ ਆਪ ਨੂੰ ਲਿਬਰਲ ਕਹਿੰਦੇ ਹੈਗੇ। ਉਹਨਾਂ ਸੈਕਸ਼ਨਸ ਨਾਲ ਤੁਸੀਂ ਉਹਨਾਂ ਨੂੰ ਕਿਵੇਂ ਆਪਦੇ ਨਾਲ ਤੋਰਦੇ ਹੋ, ਜਾਂ ਉਹਨਾਂ ਨੂੰ ਕਿਵੇਂ ਕਨਵਿੰਸ ਕਰਦੇ ਹੋ ਵੀ ਤੁਸੀਂ ਰਾਸ਼ਟਰਵਾਦੀਆਂ ਨਾਲ ਤੁਰਨ ਦੀ ਬਜਾਏ ਸਾਡੇ ਨਾਲ ਤੁਰੋ। ਇਹ ਚੈਲੰਜ ਮਾਨ ਸਾਹਿਬ ਦੇ ਪਾਰਟੀ ਨੂੰ ਆਊਗਾ,
ਅਕਾਲੀ ਦਲ ਅੰਮ੍ਰਿਤਸਰ ਨੂੰ, ਬਟ ਉਹ ਲੱਕੀ ਆ ਕਿ ਉਹਨਾਂ ਕੋਲ ਇੱਕ ਕੋਰ ਗਰੁੱਪ ਆ, ਉਹ ਸੰਭਾਲ ਸਕਣਗੇ ਜੇ ਉਸ ਕੋਰ ਗਰੁੱਪ ਨੂੰ, ਤਾਂ ਉਸ ਦੇ ਆਸੇ-ਪਾਸੇ ਇੱਕ ਸਟਰੈਂਥ ਬਿਲਡ ਅਪ ਕੀਤੀ ਜਾ ਸਕਦੀ ਹੈ ਬਹੁਤ ਸਟਰੋਂਗ। ਤੇ ਇਹ ਚੀਜ਼ਾਂ ਨੂੰ ਇਹ ਕੁਝ ਚੈਲੰਜਸ ਆ, ਮੇਰਾ ਖਿਆਲ ਜੇ ਬ੍ਰੇਨਸਟਾਰਮਿੰਗ ਕਰਨਗੇ ਛੋਟੇ ਜਿਹੇ ਗਰੁੱਪ ਵੱਡੇ ਗਰੁੱਪ ਨਾਲ, ਤਾਂ ਉਹਨਾਂ ਨੂੰ ਹੋਰ ਜਿਹੜੇ ਚੈਲੰਜਸ ਤੇ ਉਹਦੇ ਰਸਤੇ ਵੀ ਮਿਲਣਗੇ। ਪਰ ਜਿਹੜਾ ਸਭ ਤੋਂ ਵੱਡਾ ਕੌਸ਼ੀਅਸ ਰਹਿਣ ਵਾਲੀ ਗੱਲ ਆ ਉਹ ਇਹ ਕੀ ਆ ਕਿ ਇਹ ਜਿਹੜੀਆਂ ਚੈਲੰਜਸ ਨੂੰ ਹੀ ਵੇਖਦੇ ਹੋਏ ਅਕਾਲੀ ਦਲ ਬਾਦਲ ਜਿਹੜਾ ਸੀ ਉਹ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਿਆ, ਫਿਰ ਉਹਨੇ ਬੀਜੇਪੀ ਨਾਲ ਸਾਂਝ ਪਾਈ ਤੇ ਕਿੱਥੇ ਆ ਕੇ ਖੜੇ ਆ। ਤਾਂ ਜਦੋਂ ਇਹ ਚੇਂਜ ਲਿਆਉਣੀ ਆ ਆਪਦੇ ਅੰਦਰ, ਤਾਂ ਤੁਸੀਂ ਇਹ ਆਪਣੀ ਹੁਣ ਲਰਨਿੰਗ ਹੋਣੀ ਚਾਹੀਦੀ, ਆਪਾਂ ਨੂੰ ਇਹ ਸਿੱਖਣਾ ਚਾਹੀਦਾ ਪਿਛਲੇ 20-25 ਸਾਲਾਂ ਤੋਂ ਕਿ ਵੀ ਜਦੋਂ ਅਸੀਂ ਲੋਕਾਂ ਨਾਲ ਸਾਂਝ ਪਾਉਣੀ ਆ ਤਾਂ ਅਸੀਂ ਆਪਦੇ ਸਟੈਂਡ ਨੂੰ ਡਿਲੂਟ ਕਰਕੇ ਨਹੀਂ ਪਾਉਣੀ, ਅਸੀਂ ਕੋਈ ਫਿਊਜ਼ਨ ਨਹੀਂ ਕ੍ਰੀਏਟ ਕਰਨਾ, ਅਸੀਂ ਕੋਈ ਸੂਫੀ ਮਤ ਨਹੀਂ ਕ੍ਰੀਏਟ ਕਰਨਾ ਕਿ ਵੈਸ਼ਨਵ ਤੇ ਇਸਲਾਮ ਦਾ ਰਲੇਵਾਂ। ਅਸੀਂ ਆਪਦੇ ਆਪ ਨੂੰ ਪਿਓਰ ਰੱਖਦੇ ਹੋਏ ਉਹਨੂੰ ਆਪਦੇ ਨਾਲ ਕਿਵੇਂ ਤੁਰਦੇ ਰੱਖ, ਠੀਕ ਹੈ ਨਾ, ਤੇ ਆਪਦੇ ਅਕੀਦੇ ਤੋਂ ਆਪਦੇ ਪ੍ਰਿੰਸੀਪਲਸ ਤੋਂ ਨਹੀਂ ਹਟਣਾ। ਇੱਕ ਸਟਰੋਂਗ ਲਾਈਨ ਆਫ ਰੈਫਰੈਂਸ ਜਾਂ ਹੋਊਗੀ ਵੀ ਇਦੋਂ ਤੋਂ ਪਛਾਣ ਨਹੀਂ ਸਾਡਾ ਕੁਝ ਵੀ, ਇੱਥੋਂ ਪਛਾਣ ਨਹੀਂ ਅਸੀਂ ਹਟਾਂਗੇ, ਇਦੋਂ ਗਾਂਹ ਵਾਲਿਆਂ ਦੇ ਵਿੱਚ ਅਸੀਂ ਕੋਈ 4 ਗੱਲਾਂ ਤੁਹਾਡੇ ਨਾਲ ਕਰ ਸਕਦੇ। ਸੋ ਇਹ ਬਹੁਤ ਵੱਡਾ ਚੈਲੰਜ ਆ। ਤੇ ਮੇਰਾ ਖਿਆਲ ਆ ਕਿ ਵੀ ਮਾਨ ਸਾਹਿਬ ਜਿਸ ਸਟੇਚਰ ਦੇ ਲੀਡਰ ਹੈਗੇ ਆ, ਜਿਸ ਤਰੀਕੇ ਉਹਨਾਂ ਨੇ ਪੂਰਾ ਵੇਖਿਆ ਤੇ ਉਹ ਕਰ ਸਕਣਗੇ। ਪਰ ਇਹ ਫੈਸਲੇ ਸੰਗਤੀ ਰੂਪ ਚ ਹੁੰਦੇ ਆ, ਇਹਦੇ ਵਾਸਤੇ ਕੌਮ ਨੂੰ ਜਾਂ ਪੰਥ ਦੇ ਬਹੁਤ ਲੋਕਾਂ ਨੂੰ ਇੱਕ ਆਈਡੀਆ ਦੇ ਉੱਤੇ ਇਕੱਠੇ ਹੋਣਾ ਚਾਹੀਦਾ, ਆਪਦੀਆਂ ਈਗੋਜ਼, ਆਪਦੇ ਪਰਸਨਲ ਕੋਈ ਪੁਰਾਣੇ ਉਹਨਾਂ ਦੇ ਜੋ ਐਕਸਪੀਰੀਅੰਸਿਸ ਆ ਉਹਨਾਂ ਨੂੰ ਛੱਡ ਕੇ ਇੱਕ ਨਵੇਂ ਰੂਪ ਚ ਇਕੱਠੇ ਹੋਣਾ ਚਾਹੀਦਾ। ਜੇ ਕਿਸੇ ਦਾ ਮਨ ਮਟਾਵ ਹੈਗਾ ਤਾਂ ਮੇਰਾ ਖਿਆਲ ਮਿਸਲਾਂ ਤੋਂ ਆਪਾਂ ਨੂੰ ਇੱਕ ਸੁਨੇਹਾ ਮਿਲਦਾ ਹੈ ਉਸ ਸਮੇਂ ਤੋਂ ਕਿ ਵੀ ਉਹ ਮਨ ਮਟਾਵ ਆਪਾਂ ਇੱਕ ਦੂਜੇ ਨੂੰ ਮਾਫ ਕਰੀਏ ਗੁਰੂ ਮਹਾਰਾਜ ਦੀ ਹਾਜ਼ਰੀ ਚ, ਕਿ ਵੀ ਅਗਾਂਹ ਤੋਂ ਨਹੀਂ ਇਹ ਹੋਊਗਾ ਤੇ ਅਗਾਂਹ ਤੁਰਨ ਦੀ ਸੋਚੀ। ਮੈਨੂੰ ਲੱਗਦਾ ਕਿ ਆਪਾਂ ਜਿਹੜੇ ਸਾਰੇ ਹੀ ਪੱਖ ਲਗਭਗ ਮੇਨ ਜਿਨ੍ਹਾਂ ਦਾ ਇਸ ਨਤੀਜਿਆਂ ਦੇ ਵਿੱਚ ਪ੍ਰਭਾਵ ਰਿਹਾ ਹੈ ਤੇ ਜਿਹੜੇ ਨਤੀਜਿਆਂ 'ਚ ਸ਼ਾਮਲ ਰਹੇ ਨੇ ਉਹ ਕਵਰ ਕਰ ਚੁੱਕੇ ਹਾਂ। ਚੈਨਲ ਦੇ ਉੱਤੇ ਆ ਕੇ ਕੀਮਤੀ ਵਿਚਾਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।